ਜਿਹੜਾ ਸਿੱਖ ਸਮੁਦਾਇ ਹੈ, ਜਿਹੜਾ ਸਿੱਖ ਭਾਈਚਾਰਾ ਹੈ, ਉਸ ਦੀ ਤਾਂ ਇੱਕ ਆਪਣੀ ਸੁਰਤੀ ਬਿਰਤੀ ਹੈ, ਉਹਦਾ ਆਪਣਾ ਸੋਚਣ ਦਾ ਢੰਗ ਸਾਰਿਆਂ ਨਾਲੋਂ ਨਿਰਾਲਾ, ਉਹਦੀ ਇੱਕ ਆਪਣੀ ਹਸਤੀ ਹੈ। ਤਾਂ ਉਹਨਾਂ ਨੇ ਹਮੇਸ਼ਾ ਹੀ ਆਪਣੀ ਉਸ ਹਸਤੀ ਦੀ ਗੱਲ ਕਰਨੀ ਹੈ। ਜਦੋਂ ਵੀ ਆਪਣੀ ਹਸਤੀ ਦੀ ਗੱਲ ਕਰਨਗੇ, ਦੂਸਰੇ ਲੋਕ ਜਿਹੜੇ ਨੇ ਉਹਨਾਂ ਨੂੰ ਸੁਖਾਵਾ ਨਹੀਂ ਲੱਗਦਾ, ਜਾਂ ਸਾਨੂੰ ਸੁਖਾਵਾ ਨਹੀਂ ਲੱਗਦਾ ਕਿ ਉਹ ਸਾਡੀ ਹਸਤੀ ਨੂੰ ਪ੍ਰਵਾਨ ਨਹੀਂ ਕਰਦੇ, ਤਾਂ ਅਸੀਂ ਤਾਂ ਉੱਥੇ ਹੀ ਸਾਹ ਲਵਾਂਗੇ ਨਾ ਜਿੱਥੇ ਸਾਨੂੰ ਸੁਖਾਵਾ ਸਾਹ ਮਿਲਦਾ। ਸਾਡੇ ਬਹੁਤ ਸਾਰੇ ਪ੍ਰਵਾਸੀ ਜਿਹੜੇ ਨੇ ਪਿੰਡਾਂ ਵਿੱਚ ਆਉਣੇ ਚਾਹੀਦੇ ਨੇ। ਇਹ ਠੀਕ ਹੈ ਕਿ ਪ੍ਰਵਾਸੀ ਜਦੋਂ ਇੱਥੇ ਆ ਕੇ NRIs ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਨੂੰ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ। ਪਰ ਮੇਰੇ ਮਨ ਵਿੱਚ ਸੀ ਕਿ ਹੁਣ ਜ਼ਿੰਦਗੀ ਦੇ ਜਿੰਨੇ ਸਾਲ ਨੇ ਉਹ ਮੈਂ ਕੀਰਤਨ ਕਰਾਂ ਔਰ ਗੁਰੂ ਦਾ ਸ਼ਬਦ ਗਾਵਾਂ, ਔਰ ਉਹ ਕਿਉਂਕਿ ਉਹਦੇ ਨਾਲ ਰੂਹ ਦੀ ਤ੍ਰਿਪਤੀ ਹੁੰਦੀ ਹੈ। ਕਾਹੇ ਦੇ ਬਨ ਖੋਜਨ ਜਾਏ, ਕਾਹੇ ਦੇ ਬਨ ਖੋਜਨ ਜਾਏ। ਦੇਖੋ, ਨਜ਼ਰੀਆ ਸਾਨੂੰ ਬਦਲਣ ਦੀ ਜ਼ਰੂਰਤ ਹੈ ਜੀ। ਜੇ ਅਸੀਂ ਪ੍ਰਵਾਸ ਕਰ ਰਹੇ ਹਾਂ, ਜੇ ਇੱਥੋਂ ਪੰਜਾਬੀ ਜਾ ਰਹੇ ਨੇ ਤਾਂ ਪੰਜਾਬ ਦੇ ਵਿੱਚ ਵੀ ਤਾਂ ਜਦੋਂ ਅਪਰਚੁਨਿਟੀਜ਼ ਹੋਣਗੀਆਂ, ਪੰਜਾਬ 'ਚ ਅਪਰਚੁਨਿਟੀ ਹੁਣ ਲੇਬਰ ਦੀ ਅਪਰਚੁਨਿਟੀ ਹੈ ਜਾਂ ਹੋਰ ਛੋਟੇ ਛੋਟੇ ਕੰਮ ਧੰਦਿਆਂ ਦੀ ਅਪਰਚੁਨਿਟੀ ਹੈ। ਅਸੀਂ ਉਹ ਕੰਮ ਧੰਦੇ ਛੱਡ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਵਾਸ। ਪੰਜਾਬ ਦੇ ਪੰਜਾਬੀ ਜਿਹੜੇ ਹੈਗੇ ਆ ਉਹ ਪੰਜਾਬ ਤੋਂ ਬਾਹਰ ਵਸਦੇ ਜਾ ਰਹੇ ਨੇ। ਪੰਜਾਬ ਦਾ ਨੌਜਵਾਨ +2 ਕਰਦਾ ਤੇ ਬਾਹਰ ਚਲੇ ਜਾਂਦਾ ਹੈ ਤੇ ਉੱਥੇ ਹੀ ਉਹ ਵਸ ਜਾਂਦਾ ਹੈ। ਤੇ ਜਿੱਥੇ ਨੌਜਵਾਨ ਜਾ ਰਹੇ ਨੇ, ਸਾਡੇ ਜਿਹੜੇ ਬਜ਼ੁਰਗ ਨੇ ਜਾਂ ਸਾਡੇ ਜਿਹੜੇ ਉਹ ਮਾਈਂਡ ਨੇ ਜਿਨ੍ਹਾਂ ਨੇ ਪੰਜਾਬ ਨੂੰ ਹੋਰ ਸੋਹਣਾ ਬਣਾਉਣਾ ਸੀ, ਉਹ ਵੀ ਜਿਹੜੇ ਹੈ ਉਹ ਵੀ ਬਾਹਰ ਜਾ ਰਹੇ ਨੇ। ਕੀ ਕਾਰਨ ਹੈ, ਕਿਉਂ ਜਾ ਰਹੇ ਨੇ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਇਸ ਹਰ ਵਾਰ ਇਹ ਸਵਾਲ ਆਪਾਂ ਕਰਦੇ ਹਾਂ, ਪੁੱਛਦੇ ਹਾਂ। ਅੱਜ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਉਹ ਬਹੁਤ ਹੀ ਨਾਮੀ ਹਸਤੀ ਹੈ, ਜਿਨ੍ਹਾਂ ਨੂੰ ਸਿੱਖ ਸੰਗੀਤ ਦੇ ਹਵਾਲੇ ਨਾਲ, ਗੁਰਮਤਿ ਸੰਗੀਤ ਦੇ ਹਵਾਲੇ ਨਾਲ ਵਰਲਡ ਵਾਈਡ ਜਾਣਿਆ ਜਾਂਦਾ ਹੈ। ਮੇਰੀ ਮੁਰਾਦ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ ਤੋਂ ਹੈ, ਜੋ ਕਿ ਗੁਰਮਤਿ ਸੰਗੀਤ ਆਚਾਰੀਆ ਨੇ। ਉਹਨਾਂ ਨੇ ਗੁਰਮਤਿ ਸੰਗੀਤ ਨੂੰ ਵਰਲਡ ਵਾਈਡ ਪ੍ਰਚਾਰਿਆ ਤੇ ਇੱਕ ਗੁਰਮਤਿ ਸੰਗੀਤ ਦਾ ਇੱਕ ਨਾਮ ਜਿਹੜਾ ਹੈ ਬਣਾਇਆ। ਤੇ ਅੱਜ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਉਹ ਵੀ ਪੰਜਾਬ ਤੋਂ ਬਾਹਰ ਅਮਰੀਕਾ ਸੈਟਲ ਹੋ ਗਏ ਨੇ। ਕਿਉਂ ਗਏ ਨੇ, ਅਸੀਂ ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਤਿਹ ਦੀ ਸਾਂਝ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰ, ਪੰਜਾਬ ਦੀ ਜਿਹੜੀ ਸਮੱਸਿਆ ਬਣੀ ਹੋਈ ਹੈ ਵੀ ਸਾਰਾ ਪੰਜਾਬ ਬਾਹਰ ਨੂੰ ਜਾ ਰਿਹਾ ਹੈ। ਜੀ ਜੀ। ਮੇਨ ਜਿਹੜਾ ਜੋ ਬੱਚੇ ਤਾਂ ਜਾ ਹੀ ਜਾ ਰਹੇ ਨੇ, ਸਾਡੇ ਜਿਹੜੇ ਜਿਨ੍ਹਾਂ ਨੇ ਇੱਥੇ ਨੌਕਰੀਆਂ ਕੀਤੀਆਂ, ਸਾਰਾ ਕੁਛ ਹੈ, ਜਿਨ੍ਹਾਂ ਕੋਲ ਬਹੁਤ ਵੱਡਾ ਤਜਰਬਾ ਹੈ, ਜਿਨ੍ਹਾਂ ਤੋਂ ਅਸੀਂ ਸਿੱਖਣਾ ਹੈ ਜਾਂ ਨੌਜਵਾਨਾਂ ਨੂੰ ਸਿੱਖਣਾ ਹੈ, ਤੇ ਉਹ ਵੀ ਜਦੋਂ ਬਾਹਰ ਜਾ ਰਹੇ ਨੇ, ਕਾਰਨ ਕੀ ਹੈ, ਕਿਉਂ ਜਾ ਰਹੇ ਨੇ ਜੀ? ਡਾਕਟਰ ਗੁਰਦੇਵ ਸਿੰਘ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਤੁਸੀਂ ਆਪਣੇ ਚੈਨਲ ਦੇ ਜ਼ਰੀਏ ਬਹੁਤ ਵਧੀਆ ਕੰਮ ਕਰ ਰਹੇ ਹੋ ਔਰ ਇੱਕ ਅੱਛੇ ਵਿਸ਼ੇ ਦੇ ਉੱਤੇ ਤੁਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਜੀ ਸਰ। ਔਰ ਉਹਦੇ ਵਿੱਚ ਜਿਹੜਾ ਪ੍ਰਵਾਸ ਹੈ ਪੰਜਾਬ ਤੋਂ ਕਿਉਂ ਹੋ ਰਿਹਾ, ਉਸ ਦੀ ਗੱਲ, ਉਸ ਦੀ ਬਾਤ ਪਾ ਰਹੇ ਹੋ ਜੀ। ਤੁਹਾਡਾ ਸਵਾਲ ਕਿ ਪਹਿਲਾਂ ਤਾਂ ਤੁਸੀਂ ਮੇਰੀ ਇੰਟਰੋਡਕਸ਼ਨ 'ਚ ਆਪ ਹੀ ਕਲੀਅਰ ਕਰ ਦਿੱਤਾ ਹੈ ਕਿ ਮੇਰਾ ਕੰਮ ਵਰਲਡ ਵਾਈਡ ਹੈ ਜੀ। ਤੇ ਪਹਿਲਾਂ ਹੀ ਗੁਰਮਤਿ ਸੰਗੀਤ ਦੀ ਜਿਹੜੀ ਰਿਕੋਗਨੀਸ਼ਨ ਹੈ ਵਰਲਡ ਓਵਰ ਬਣਾਉਣ ਦੇ ਲਈ ਅਸੀਂ ਕਾਰਜ ਕਰ ਰਹੇ ਸੀ। ਬਾਕੀ ਜਿਹੜਾ ਤੁਹਾਡਾ ਇਹ ਸਵਾਲ ਹੈ ਕਿ ਅਸੀਂ ਪੰਜਾਬ ਤੋਂ ਬਾਹਰ ਕਿਉਂ ਜਾ ਰਹੇ ਹਾਂ, ਉਸ ਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਹੁਣ ਸਾਰੀ ਦੁਨੀਆ ਇੱਕ ਗਲੋਬਲ ਵਿਲੇਜ ਬਣ ਚੁੱਕੀ ਹੈ ਜੀ ਸਰ। ਔਰ ਹੁਣ ਉਹ ਦੂਰੀਆਂ ਉਹੋ ਜਿਹੀਆਂ ਦੂਰੀਆਂ ਨਹੀਂ ਰਹੀਆਂ ਕਿ ਜਿਨ੍ਹਾਂ ਨੂੰ ਆਪਾਂ ਬੜਾ ਵੱਡਾ ਸੰਕਟ ਬਣਾ ਕੇ ਪੇਸ਼ ਕਰੀਏ ਕਿ ਪ੍ਰਵਾਸ ਕੋਈ ਬਹੁਤ ਬੁਰੀ ਚੀਜ਼ ਹੈ ਜਾਂ ਐਸੀ ਕੋਈ ਚੀਜ਼ ਹੈ ਜਿਹੜੀ ਹੈਪਨ ਹੋਏਗੀ ਅਤੇ ਉਹਦੇ ਨਾਲ ਬਹੁਤ ਜ਼ਿਆਦਾ ਸਾਨੂੰ ਨੁਕਸਾਨ ਹੋ ਜਾਏਗਾ। ਥੋੜ੍ਹਾ ਜਿਹਾ ਇਸ ਨੂੰ ਪੋਜ਼ੀਟਿਵਲੀ ਲੈਣਾ ਚਾਹੀਦਾ ਕਿ ਅਗਰ ਪੰਜਾਬ ਦਾ ਯੂਥ ਬਾਹਰ ਜਾ ਰਿਹਾ ਤੇ ਯੂਥ ਨੂੰ ਅੱਛੀਆਂ ਅਪਰਚੁਨਿਟੀਜ਼ ਮਿਲ ਰਹੀਆਂ ਨੇ ਜੋ ਇੱਥੇ ਨਹੀਂ ਮਿਲਦੀਆਂ। ਉਹ ਤਾਂ ਉੱਥੇ ਹੀ ਜਾਏਗਾ ਨਾ ਕਿ ਜਿੱਥੇ ਉਹਨੂੰ ਅੱਛੀ ਐਜੂਕੇਸ਼ਨ ਮਿਲੇਗੀ ਔਰ ਅੱਛੀਆਂ ਉਹਨੂੰ ਨੌਕਰੀਆਂ ਮਿਲਣਗੀਆਂ ਔਰ ਉਹਦਾ ਫਿਊਚਰ ਅੱਛਾ ਹੋਏਗਾ। ਹਰ ਜਿਹੜਾ ਪੇਰੈਂਟਸ ਹੈ ਉਹ ਚਾਹੁੰਦਾ ਕਿ ਉਹਦੇ ਬੱਚੇ ਵੈਲ ਸੈਟਲਡ ਹੋਣ, ਤਾਂ ਉਸੇ ਭਾਵਨਾ ਦੇ ਨਾਲ ਪੰਜਾਬ ਦਾ ਯੂਥ ਬਾਹਰ ਜਾ ਰਿਹਾ। ਜਦੋਂ ਯੂਥ ਉੱਥੇ ਸੈਟਲ ਹੋ ਜਾਂਦਾ ਤੇ ਪੇਰੈਂਟਸ ਨੇ ਫਿਰ ਇੱਥੇ ਕੀ ਕਰਨਾ? ਪੇਰੈਂਟਸ ਆਪਣੇ ਅੱਛੇ ਜ਼ਿੰਦਗੀ ਦੇ ਜਦੋਂ ਉਹਨਾਂ ਨੇ ਦਿਨ ਬਿਤਾਏ ਹੁੰਦੇ ਨੇ ਤਾਂ
ਉਹ ਹਰ ਜਿਹੜਾ ਮਾਪਾ ਹੈ, ਹਰ ਜਿਹੜਾ ਪੈਰੈਂਟ ਹੈ, ਉਹ ਚਾਹੁੰਦਾ ਕਿ ਆਪਣੇ ਬੱਚਿਆਂ ਦੇ ਕੋਲ ਰਹੇ, ਔਰ ਬੱਚਿਆਂ ਦੀ ਵੀ ਲੋੜ ਹੁੰਦੀ ਹੈ ਜੀ ਬੱਚਿਆਂ ਦੇ ਜੀਵਨ ਦੇ ਵਿੱਚ। ਫਿਰ ਬੱਚਿਆਂ ਦੇ ਅੱਗੇ ਜਦੋਂ ਬੱਚੇ ਹੋ ਜਾਂਦੇ ਨੇ ਤਾਂ ਉਹ ਫਿਰ ਉਹ ਜਿਹੜਾ ਦਾਦਾ ਦਾਦੀ ਨਾਨਾ ਨਾਨੀ ਦਾ ਸਵਾਦ ਹੈ ਜੀ। ਉਹ ਵੀ ਜੀਵਨ ਵਿੱਚ ਲੈਣਾ ਹੁੰਦਾ, ਉਹ ਵੀ ਸਾਡਾ ਪਾਰਟ ਹੈ। ਜੀ ਤੋ ਉਹ ਪ੍ਰਵਾਸ ਨੂੰ ਮੈਂ ਤੇ ਬਹੁਤ ਪੋਜ਼ਿਟਿਵਲੀ ਲੈਣਾ, ਔਰ ਕਿਉਂਕਿ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਅਸੀਂ ਰਿਟਾਇਰ ਹੋ ਜਾਂਦੇ ਹਾਂ, ਤਾਂ ਆਫਟਰ ਰਿਟਾਇਰਮੈਂਟ ਇੱਕ ਨਵਾਂ ਜਨਮ ਹੀ ਹੁੰਦਾ ਹੈ। ਜੀ। ਉਸ ਨੂੰ ਤੁਸੀਂ ਕਿਵੇਂ ਸਕਾਰਥਾ ਕਰਨਾ ਹੈ, ਕਿਸ ਤਰ੍ਹਾਂ ਕਾਰਜ ਕਰਨਾ ਹੈ, ਤੁਸੀਂ ਵੇਖਣਾ ਹੈ। ਜੀ। ਤੋ ਇੱਕ ਤੇ ਇਹ ਹੈ ਕਿ ਆਪਣੇ ਪਰਿਵਾਰ ਵਿੱਚ ਰਹਿ ਕੇ ਜੋ ਤੁਹਾਨੂੰ ਵਾਹਿਗੁਰੂ ਨੇ ਇੱਕ ਖੁਸ਼ਨਸੀਬੀ ਬਖਸ਼ੀ ਹੈ, ਪ੍ਰਦਾਨ ਕੀਤੀ ਹੈ ਜੀ ਗ੍ਰੈਂਡ ਚਿਲਡਰਨ ਦੇ ਰੂਪ ਦੇ ਵਿੱਚ, ਤੁਸੀਂ ਉਹ ਇੰਜੋਏ ਕਰੋ। ਜੀ ਜੀ ਔਰ ਫਿਰ ਦੂਸਰਾ ਇਹ ਹੈ ਕਿ ਜਿਸ ਫੀਲਡ 'ਚ ਤੁਸੀਂ ਕੰਮ ਕਰ ਰਹੇ ਹੋ ਉਸ ਫੀਲਡ ਵਿੱਚ ਕੰਮ ਕਰੋ। ਸੋ ਮੈਂ ਇਹ ਸਾਰੇ ਨੂੰ ਸੰਕਟ ਨਾ ਮੰਨ ਕੇ ਮੈਂ ਇਸ ਨੂੰ ਇੱਕ ਬਹੁਤ ਹੀ ਸੁਖਾਵੀਂ ਘਟਨਾ ਮੰਨਦਾ। ਔਰ ਪੰਜਾਬ ਤੋਂ ਜਿੰਨਾ ਵੀ ਪ੍ਰਵਾਸ ਹੋ ਰਿਹਾ ਉਸ ਦਾ ਪੰਜਾਬ ਨੂੰ ਨਿਰਸੰਦੇਹ ਨੁਕਸਾਨ ਹੈ। ਜੀ ਪਰ ਇਹ ਨੁਕਸਾਨ ਅਸੀਂ ਜਦੋਂ ਗਲੋਬਲ ਪੱਧਰ ਉੱਤੇ ਅਸੀਂ ਸਾਡਾ ਪਸਾਰਾ ਹੋ ਰਿਹਾ, ਵਿਸਥਾਰ ਹੋ ਰਿਹਾ, ਜੀ। ਅਸੀਂ ਥਾਂ ਤੇ ਜਾ ਰਹੇ ਹਾਂ, ਚਾਹੇ ਉਹ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਵਸ ਰਹੇ ਹਾਂ, ਤੇ ਉਹਦੇ ਨਾਲ ਇੱਕ ਜਿਹੜਾ ਹੈ ਪੰਜਾਬੀਆਂ ਦਾ ਔਰ ਸਿੱਖੀ ਦਾ ਘੇਰਾ ਵੀ ਵੱਧ ਰਿਹਾ। ਜੀ, ਜੀ। ਇਸ ਨੂੰ ਸਾਨੂੰ ਇਸ ਤਰ੍ਹਾਂ ਵੀ ਲੈਣਾ ਚਾਹੀਦਾ ਹੈ ਕਿ ਪਹਿਲਾਂ ਇੱਕ ਅਸੀਂ ਛੋਟੇ ਜਿਹੇ ਪੰਜਾਬ ਤੱਕ ਸੀਮਿਤ ਸੀ, ਜੀ। ਹੁਣ ਸਾਰੇ ਵਿਸ਼ਵ ਦੇ ਵਿੱਚ ਜਿਹੜੇ ਪੰਜਾਬੀ ਨੇ ਜਾਂ ਸਿੱਖ ਨੇ ਉਹ ਪਸਰ ਚੁੱਕੇ ਨੇ, ਫੈਲ ਚੁੱਕੇ ਨੇ। ਤੋ ਇਸ ਨੂੰ ਮੈਂ ਤੇ ਇਸ ਤਰ੍ਹਾਂ ਵੇਖਦਾ। ਸਰ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਤੁਸੀਂ ਇਹ ਗੱਲ ਕਹੀ ਹੈ ਵੀ ਜਿਹੜਾ ਯੂਥ ਹੈ ਉਹਨਾਂ ਨੂੰ ਇੱਥੇ ਚੰਗੀ ਓਪਰਚੁਨਿਟੀ ਨਹੀਂ ਮਿਲ ਰਹੀ। ਉਹ ਜੇ ਉਹਨਾਂ ਨੂੰ ਇੱਥੇ ਓਪਰਚੁਨਿਟੀ ਚੰਗੀ ਮਿਲੇ ਤਾਂ ਉਹ ਕਿਉਂ ਬਾਹਰ ਜਾਏ? ਇੱਥੇ ਅਪਰਚੁਨਿਟੀ ਚੰਗੀ ਆਪਾਂ ਜੇ ਸਰਕਾਰਾਂ ਦੇ ਕੋਲੋਂ, ਸਰਕਾਰਾਂ ਨੂੰ, ਮੈਂ ਕਿਸੇ ਸਰਕਾਰ ਨੂੰ ਵੀ ਇਹ ਨਹੀਂ ਕਹਿੰਦਾ ਕਿ ਮੈਂ ਸਰਕਾਰ ਦਾ ਪੱਖ ਨਹੀਂ ਲੈਂਦਾ, ਜੀ। ਪਰ ਇੱਥੇ ਓਨੀਆਂ ਅੱਛੀਆਂ ਜਿਹੜੀਆਂ ਅਪਰਚੁਨਿਟੀਜ਼ ਸੰਭਵ ਪਿਛਲੇ ਸਮੇਂ ਤੋਂ ਹੋ ਨਹੀਂ ਸਕੀਆਂ, ਜੀ। ਉਹਦੇ 'ਚ ਆਪਾਂ ਸਾਰੇ ਹੀ ਜ਼ਿੰਮੇਵਾਰ ਹਾਂ, ਸਾਰੀਆਂ ਸਰਕਾਰਾਂ, ਸਾਰੀਆਂ ਸੰਸਥਾਵਾਂ ਜ਼ਿੰਮੇਵਾਰ ਆ ਕਿ ਜੀ। ਸਾਡੀ ਪਲੈਨਿੰਗ 'ਚ ਕਿਤੇ ਨਾ ਕਿਤੇ ਕੋਈ ਕਮੀ ਰਹੀ ਜਾਂ ਸਾਨੂੰ ਹਾਲਾਤ ਹੀ ਐਸੇ ਮਿਲੇ। ਜੀ ਤੁਸੀਂ ਅਗਰ ਆਪਣੇ ਪਿਛਲੇ ਸਮੇਂ ਦਾ ਜਿਹੜਾ ਇਤਿਹਾਸ ਵੇਖੋਗੇ ਜੀ ਆਪਣਾ, ਤਾਂ ਉਹ ਸਾਨੂੰ ਨਜ਼ਰ ਆਉਂਦਾ ਹੈ ਕਿ ਕੀ ਕਾਰਨ ਰਹੇ ਔਰ ਕਿਉਂ ਅਸੀਂ ਇੱਥੋਂ ਜਾ ਕੇ ਸਾਡੇ ਬੱਚਿਆਂ ਨੇ ਮਾਈਗ੍ਰੇਟ ਕੀਤਾ। ਇੱਥੇ ਉਨੀਆਂ ਅਪਰਚੁਨਿਟੀਜ਼ ਬਣ ਵੀ ਨਹੀਂ ਸਕਦੀਆਂ। ਜੀ ਐਵੇਂ ਬਹੁਤਾ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ। ਜੀ ਅਗਰ ਇਸ ਛੋਟੇ ਜਿਹੇ ਪੰਜਾਬ ਦੇ ਵਿੱਚ ਜਿਹੜਾ ਭਾਰਤ ਦਾ ਹਿੱਸਾ ਹੈ, ਜੀ ਔਰ ਫਿਰ ਉਹਦੇ ਵਿੱਚ ਜਿਹੜਾ ਸਿੱਖ ਸਮੁਦਾਇ ਹੈ, ਜਿਹੜਾ ਸਿੱਖ ਭਾਈਚਾਰਾ ਹੈ, ਉਸ ਦੀ ਤਾਂ ਇੱਕ ਆਪਣੀ ਸੁਰਤੀ ਬਿਰਤੀ ਹੈ, ਉਹਦਾ ਆਪਣਾ ਸੋਚਣ ਦਾ ਢੰਗ ਸਾਰਿਆਂ ਨਾਲੋਂ ਨਿਰਾਲਾ, ਉਹਦੀ ਇੱਕ ਆਪਣੀ ਹਸਤੀ ਹੈ। ਜੀ। ਤਾਂ ਉਹਨਾਂ ਨੇ ਹਮੇਸ਼ਾ ਹੀ ਆਪਣੀ ਉਸ ਹਸਤੀ ਦੀ ਗੱਲ ਕਰਨੀ ਹੈ। ਜੀ। ਜਦੋਂ ਵੀ ਆਪਣੀ ਹਸਤੀ ਦੀ ਗੱਲ ਕਰਨਗੇ, ਦੂਸਰੇ ਲੋਕ ਜਿਹੜੇ ਨੇ ਉਹਨਾਂ ਨੂੰ ਸੁਖਾਵਾਂ ਨਹੀਂ ਲੱਗਦਾ ਜਾਂ ਸਾਨੂੰ ਸੁਖਾਵਾਂ ਨਹੀਂ ਲੱਗਦਾ ਕਿ ਉਹ ਸਾਡੀ ਹਸਤੀ ਨੂੰ ਪ੍ਰਵਾਨ ਨਹੀਂ ਕਰਦੇ, ਤਾਂ ਅਸੀਂ ਤੇ ਉੱਥੇ ਹੀ ਸਾਹ ਲਵਾਂਗੇ ਨਾ ਜਿੱਥੇ ਸਾਨੂੰ ਸੁਖਾਵਾਂ ਸਾਹ ਮਿਲਦਾ। ਤਾਂ ਇਸ ਤਰ੍ਹਾਂ ਇਸ ਸਾਰੇ ਸਿਲਸਿਲੇ ਨੂੰ ਲੈਣ ਦੀ ਜ਼ਰੂਰਤ ਹੈ। ਔਰ ਜੇ ਸਿੱਖਾਂ ਦੀ ਤੁਸੀਂ ਗੱਲ ਕਰਦੇ ਹੋ, ਤੇ ਅਸੀਂ ਤੇ ਹਮੇਸ਼ਾ ਹੀ ਮਾਈਗ੍ਰੇਟ ਹੋ ਕੇ ਬੜੇ ਖੁਸ਼ ਹੁੰਦੇ ਹਾਂ। ਉਦਾਸੀਆਂ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਨੇ, ਔਰ ਮੈਨੂੰ ਤੇ ਮੈਨੂੰ ਆਪਣੇ ਆਪ ਨੂੰ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਉਦਾਸੀਆਂ ਦਿੱਤੀਆਂ ਨੇ ਕਿ ਥਾਂ ਤੇ ਜਾਓ ਔਰ ਉੱਥੇ ਜਾ ਕੇ ਆਪਣਾ ਸਿੱਖੀ ਦੇ ਗੁਣਾਂ ਦਾ ਪ੍ਰਚਾਰ ਪ੍ਰਸਾਰ ਕਰੋ। ਔਰ ਉਸੇ ਭਾਵਨਾ ਦੇ ਨਾਲ ਜੀ ਉਹ ਜੁੜੋ ਵਸੋ ਵਾਲੀ ਸਾਖੀ ਵੀ ਤੁਹਾਨੂੰ ਪਤਾ ਹੋਰ ਵੀ ਹੈ। ਇਸ ਗੱਲ ਨੂੰ ਆਪਾਂ ਕਿਸੇ ਨਿਰਾਸ਼ਾ ਸੰਕਟ ਵਿੱਚ ਨਾ ਪਾ ਕੇ ਉਹ ਸਾਰੂ ਤਰੀਕੇ ਨਾਲ ਸੋਚੀਏ। ਔਰ ਇਹਦੇ ਨਾਲ ਜੇ ਬਾਹਰ ਜਾ ਰਹੇ ਆ ਤੇ ਮੁੜ ਕੇ ਆ ਕੇ ਪੰਜਾਬ ਦਾ ਵਿਕਾਸ ਵੀ ਕਰ ਰਹੇ ਆ। ਇਹ ਤੇ ਨਹੀਂ ਕਿ ਨਹੀਂ ਕਰ ਰਹੇ। ਸਾਡੇ ਬਹੁਤ ਸਾਰੇ ਪ੍ਰਵਾਸੀ ਜਿਹੜੇ ਨੇ ਪਿੰਡਾਂ ਵਿੱਚ ਆਉਣੇ ਚਾਹੀਦੇ ਨੇ। ਇਹ ਠੀਕ ਹੈ ਕਿ ਪ੍ਰਵਾਸੀ ਜਦੋਂ ਇੱਥੇ ਆ ਕੇ NRIs ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਨੇ ਤਾਂ ਸਰਕਾਰ ਨੂੰ ਉਹਨਾਂ ਨੂੰ ਵੈਲਕਮ ਕਰਨਾ ਚਾਹੀਦਾ ਔਰ ਉਹਨਾਂ ਨੂੰ ਉਹ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ, ਐਸਾ ਮਾਹੌਲ ਪ੍ਰਦਾਨ ਕਰਨਾ ਚਾਹੀਦਾ ਕਿ ਉਹ ਇੱਥੇ ਆ ਕੇ ਖੁਸ਼ ਹੋਣ, ਆਪਣੇ ਪਿੰਡ ਲਈ ਕੰਮ ਕਰਕੇ, ਆਪਣੇ ਭਾਈਚਾਰੇ ਲਈ ਕੰਮ ਕਰਕੇ, ਆਪਣੇ ਸ਼ਹਿਰ ਲਈ ਕੰਮ ਕਰਕੇ, ਜਾਂ ਜਿਸ ਖੇਤਰ ਵਿੱਚ ਉਹਨਾਂ ਨੇ ਨਾਮਣਾ ਖੱਟਿਆ ਉਸ ਖੇਤਰ ਵਿੱਚ ਕੰਮ ਕਰਕੇ। ਕਿਸੇ ਵੀ ਸੀਨੀਅਰ ਦੀ ਇਹ ਇੱਛਾ ਹੁੰਦੀ ਹੈ ਕਿ ਜਿਸ ਖੇਤਰ ਵਿੱਚ ਉਹਨੇ ਕੰਮ ਕੀਤਾ ਉਹ ਅੱਗੇ ਵੀ ਉਸ ਵਿੱਚ ਕੰਟਰੀਬਿਊਟ ਕਰੇ, ਕਿਉਂਕਿ ਉਦੋਂ ਤੱਕ ਉਹ ਆਪਣੇ ਜ਼ਿੰਦਗੀ ਦਾ ਬਹੁਤ ਬਿਹਤਰੀਨ ਜਿਹੜਾ ਹਿੱਸਾ ਹੈ, ਉਹ ਸੁਨਹਿਰੀ ਹਿੱਸਾ ਜਿਹੜਾ ਹੰਢਾ ਚੁੱਕਿਆ ਹੁੰਦਾ ਹੈ, ਔਰ ਉਸ ਤੋਂ ਬਾਅਦ ਉਹਨੇ ਕੰਟਰੀਬਿਊਟ ਕਰਨਾ ਹੁੰਦਾ ਸੁਸਾਇਟੀ ਨੂੰ। ਜੇਕਰ ਮੈਂ ਆਪਣੇ ਫੀਲਡ ਦੀ ਗੱਲ ਕਰਾਂ ਕਿ ਮੇਰਾ ਮਿਊਜ਼ਿਕ ਦਾ ਫੀਲਡ ਰਿਹਾ, ਉਸ ਤੋਂ ਬਾਅਦ ਗੁਰਮਤਿ ਸੰਗੀਤ ਨੂੰ ਅਸੀਂ ਇੱਥੇ ਬੀਇੰਗ
ਫਾਊਂਡਰ ਪ੍ਰੋਫੈਸਰ ਹੈਡ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਕੰਮ ਕੀਤਾ। ਜੀ। ਤਾਂ ਹੌਲੀ ਹੌਲੀ ਤੁਹਾਨੂੰ ਇਹ ਲੱਗਦਾ ਕਿ ਵੀ ਇਹ ਮੈਂ ਇੱਥੇ ਜਿੰਨਾ ਕੰਟਰੀਬਿਊਟ ਕਰਨਾ ਸੀ ਹੁਣ ਕਰ ਲਿਆ। ਹੁਣ ਮੈਂ ਇਸ ਨੂੰ ਗਲੋਬਲ ਪੱਧਰ ਉੱਤੇ ਜਾ ਕੇ ਪ੍ਰਚਾਰਾਂ, ਔਰ ਖਾਸ ਕਰਕੇ ਮੇਰੇ ਫੀਲਡ ਵਿੱਚ ਤਾਂ ਇਹ ਸੀਗਾ ਕਿ ਮੇਰੇ ਮਨ 'ਚ ਸੀ ਕਿ ਮੈਂ ਐਡਮਿਨਿਸਟ੍ਰੇਸ਼ਨ 'ਚ ਰਿਹਾ, ਡਿਪਾਰਟਮੈਂਟ ਐਸਟੈਬਲਿਸ਼ ਕਰਦਾ ਰਿਹਾ, ਡਿਫਰੈਂਟ ਉੱਥੇ ਆਪਣੇ ਕੰਮ ਕਰਦਾ ਰਿਹਾ, ਅਤੇ ਹੁਣ ਮੈਂ ਵੱਧ ਤੋਂ ਵੱਧ ਗਾਇਨ ਕਰਾਂ, ਕੀਰਤਨ ਕਰਾਂ। ਤਾਂ ਮੇਰੀ ਤੇ ਉਹ ਲਾਲਸਾ ਸੀ, ਇਸੇ ਕਰਕੇ ਮੈਂ ਅੱਗੇ ਕਿਸੇ ਅਹੁਦਾ ਲੈਣ ਜਾਂ ਉਸ ਰੇਸ ਵਿੱਚ ਨਹੀਂ ਪਿਆ। ਹਾਲਾਂਕਿ ਕਈ ਆਫਰਸ ਵੀ ਸੀ, ਪਰ ਮੇਰੇ ਮਨ ਵਿੱਚ ਸੀ ਕਿ ਹੁਣ ਜ਼ਿੰਦਗੀ ਦੇ ਜਿੰਨੇ ਸਾਲ ਨੇ ਉਹ ਮੈਂ ਕੀਰਤਨ ਕਰਾਂ ਔਰ ਗੁਰੂ ਦਾ ਸ਼ਬਦ ਗਾਵਾਂ, ਔਰ ਉਹ ਕਿਉਂਕਿ ਉਹਦੇ ਨਾਲ ਰੂਹ ਦੀ ਤ੍ਰਿਪਤੀ ਹੁੰਦੀ ਹੈ। ਔਰ ਮੈਨੂੰ ਸਤਿਗੁਰਾਂ ਨੇ ਅਗਰ ਕੀਰਤਨ ਦਾ ਗੁਣ ਦਿੱਤਾ, ਤੇ ਮੈਨੂੰ ਲੱਗਦਾ ਸੀ ਕਿ ਮੈਂ ਜਿੰਨੇ ਵੀ ਸਵਾਸ ਨੇ, ਜਿੰਨੀ ਏਜ ਹੁਣ ਮੇਰੀ ਬਚੀ ਹੈ, ਮੈਂ ਉਹਦੇ 'ਚ ਵੱਧ ਤੋਂ ਵੱਧ ਗਾਇਨ ਕਰ ਸਕਾਂ ਔਰ ਵੱਧ ਤੋਂ ਵੱਧ ਸਿਖਾ ਸਕਾਂ, ਵੱਧ ਤੋਂ ਵੱਧ ਵਿਚਰ ਕੇ ਗੁਰਮਤਿ ਸੰਗੀਤ ਦਾ ਪ੍ਰਚਾਰ ਪ੍ਰਸਾਰ ਕਰ ਸਕਾਂ। ਸੋ ਹਰ ਸਾਲ ਅਸੀਂ ਇੱਕ ਪ੍ਰੋਜੈਕਟ ਕਰ ਰਹੇ ਹਾਂ, ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਬਹੁਤ ਅਪਰਚੁਨਿਟੀਜ਼ ਮਿਲੀਆਂ, ਬੜਾ ਸਹਿਯੋਗ ਸਭ ਦਾ ਮਿਲਿਆ ਇੱਥੇ, ਪਰ ਹੁਣ ਵੀ ਬਹੁਤ ਸਹਿਯੋਗ ਮਿਲਿਆ। ਹੁਣ ਗਲੋਬਲ ਪੱਧਰ ਉੱਤੇ ਜਿੱਥੇ ਵੀ ਜਾਂਦੇ ਹਾਂ, ਸਾਨੂੰ ਸਾਰੇ ਹੀ ਬਹੁਤ ਪਿਆਰ ਕਰਦੇ ਨੇ, ਸਤਿਕਾਰ ਦਿੰਦੇ ਨੇ, ਔਰ ਡਿਫਰੈਂਟ ਜਿਹੜੇ ਪ੍ਰੋਜੈਕਟ ਨੇ ਗੁਰਮਤਿ ਸੰਗੀਤ ਦੇ ਹੋ ਰਹੇ ਨੇ, ਕੋਰਸਿਸ ਵੱਖ-ਵੱਖ ਦੇਸ਼ਾਂ ਵਿੱਚ ਹੋ ਰਹੇ ਨੇ। ਹੁਣੇ ਹੀ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਨੇ ਗੁਰਮਤਿ ਮਿਊਜ਼ਿਕ ਡਿਪਲੋਮਾ ਸ਼ੁਰੂ ਕਰ ਦਿੱਤਾ ਹੈ। UK ਵਿੱਚ ਗੁਰਮਤਿ ਸੰਗੀਤ ਦੇ ਕੋਰਸਿਸ ਸ਼ੁਰੂ ਹੋ ਰਹੇ ਨੇ। ਇੱਥੇ ਪੰਜਾਬ ਵਿੱਚ ਕਈ ਯੂਨੀਵਰਸਿਟੀਆਂ ਵਿੱਚ ਗੁਰਮਤਿ ਸੰਗੀਤ ਦੇ ਕੋਰਸ ਸ਼ੁਰੂ ਹੋ ਰਹੇ ਨੇ। ਗੁਰੂ ਕਾਸ਼ੀ ਯੂਨੀਵਰਸਿਟੀ ਨੇ ਭਾਈ ਮਰਦਾਨਾ ਚੇਅਰ ਬਣਾਈ ਹੈ, ਔਰ ਉੱਥੇ ਕੋਰਸਿਸ ਉਹਨਾਂ ਨੇ ਸ਼ੁਰੂ ਕੀਤੇ ਨੇ, ਔਰ ਮੈਨੂੰ ਵਿਜ਼ਿਟਿੰਗ ਪ੍ਰੋਫੈਸਰ ਲਿਆ। ਸੋ ਇੱਕ ਗਲੋਬਲ ਵਿਲੇਜ ਹੈ, ਔਰ ਉਸ ਵਿੱਚ ਹੁਣ ਸਾਨੂੰ ਅਸੀਂ ਇਸੇ ਤਰ੍ਹਾਂ ਹੀ ਕੰਮ ਸਾਨੂੰ ਅਸੈਪਟ ਕਰ ਲੈਣਾ ਚਾਹੀਦਾ ਕਿ ਹੁਣ ਅਸੀਂ ਗਲੋਬਲ ਪੱਧਰ ਉੱਤੇ ਵਿਚਰ ਕੇ ਹੀ ਪ੍ਰਚਾਰ ਕਰ ਸਕਦੇ ਹਾਂ ਔਰ ਅੱਛਾ ਜੀਵਨ ਬਤੀਤ ਕਰ ਸਕਦੇ ਹਾਂ। ਸਰ ਬਿਲਕੁਲ, ਤੁਸੀਂ ਦੋ ਤਿੰਨ ਗੱਲਾਂ ਜਿਹੜੀਆਂ ਕਹੀਆਂ ਕਿ ਪੰਜਾਬ ਦੇ ਵਿੱਚ ਓਪਰਚੁਨਿਟੀਆਂ ਜਿਹੜੀਆਂ ਨਹੀਂ ਬਣ ਸਕਦੀਆਂ, ਪਰ ਜਦੋਂ ਦੇਖੋ ਪ੍ਰਵਾਸੀ ਆ ਰਹੇ ਨੇ ਸਾਡੇ ਇੱਥੇ ਪੰਜਾਬ 'ਚ ਵੀ ਵਸ ਰਹੇ ਨੇ, ਜਿਵੇਂ ਆਪਾਂ ਦੇਖ ਰਹੇ ਹਾਂ ਵੀ ਹਰ ਖਿੱਤੇ ਦੇ ਹਰ ਕੰਮ ਉਹਨਾਂ ਨੇ ਸੰਭਾਲ ਲਿਆ ਆ ਕੇ। ਇੱਕ ਇਹ ਸਮੱਸਿਆ ਬਣੀ ਹੋਈ ਕਿ ਉਹ ਸਾਡਾ ਕਲਚਰ, ਸੱਭਿਆਚਾਰ, ਉਹਦੇ 'ਤੇ ਇੱਕ ਸੱਟ ਵੱਜ ਰਹੀ ਹੈ। ਦੂਸਰੀ ਗੱਲ ਸਰ ਨਾਲ ਹੀ ਮੈਂ ਇਹ ਗੱਲ ਕਰਾਂ ਵੀ ਤੁਸੀਂ ਕਹਿ ਰਹੇ ਹੋ ਵੀ ਪ੍ਰਵਾਸ ਨਹੀਂ, ਅਸੀਂ ਬਸ ਉਹ ਬਾਹਰ ਜਾ ਕੇ ਸਾਨੂੰ ਕੰਮ ਕਰਨਾ ਚਾਹੀਦਾ। ਜਿੱਦਾਂ ਗੁਰੂ ਨਾਨਕ ਸਾਹਿਬ ਦੀ ਤੁਸੀਂ ਉਦਾਸੀਆਂ ਦੀ ਗੱਲ ਕਰੀਏ, ਗੁਰੂ ਨਾਨਕ ਪਾਤਸ਼ਾਹ ਨੇ ਸਾਰੀਆਂ ਉਦਾਸੀਆਂ ਕਰੀਆਂ ਤੇ ਆ ਕੇ ਮੁੜ ਕੇ ਉਹ ਜਾਂ ਨਨਕਾਣਾ ਸਾਹਿਬ ਆਪਣੇ ਉੱਥੇ ਵਾਪਸ ਆਉਂਦੇ ਸੀ। ਸਾਡੀ ਜਿਹੜੀ ਮਨ ਦੇ ਵਿੱਚ ਇਹ ਹੈ ਵੀ ਜਿਹੜੇ ਸਾਡੇ ਬ੍ਰਿਲੀਅੰਟ ਮਾਈਂਡ ਹੈ ਉਹ ਉੱਥੇ ਹੀ ਵਸ ਰਹੇ ਨੇ। ਸਾਨੂੰ ਚਾਹੀਦਾ ਵੀ ਜੋ ਉਹ ਵਸਣ ਇੱਥੇ ਸਾਡੇ ਕੋਲ, ਘੁੰਮਣ ਸਾਰੇ ਕਿਤੇ ਜਾ ਕੇ, ਤੇ ਇਸ ਤਰ੍ਹਾਂ ਦਾ ਕਿਵੇਂ ਹੋਵੇ ਵੀ ਉਹ ਉਹਨਾਂ ਨੂੰ ਅਸੀਂ ਇੱਥੇ ਮਿਲ ਸਕੀਏ। ਬਿਲਕੁਲ ਠੀਕ ਹੈ। ਪਹਿਲਾਂ ਤਾਂ ਜੋ ਤੁਸੀਂ ਕਿਹਾ ਕਿ ਉਧਰਲੇ ਇੱਧਰ ਜਿਹੜੇ ਪੰਜਾਬ ਵਿੱਚ ਆ ਕੇ, ਪੰਜਾਬ ਵਿੱਚ ਤਾਂ ਹੁਣ ਇੱਥੋਂ ਆਪਣੇ ਦੂਸਰੇ ਸੂਬਿਆਂ ਤੋਂ ਹੀ ਆਪਣੇ ਭਰਾ ਆ ਰਹੇ ਨੇ, ਔਰ ਇੱਥੇ ਆ ਕੇ ਉਹਨਾਂ ਨੂੰ ਕੰਮ ਦੀ ਅਪਰਚੁਨਿਟੀ ਮਿਲਦੀ ਹੈ, ਉਹ ਇੱਥੇ ਆ ਕੇ ਵਸ ਜਾਂਦੇ ਨੇ। ਜਿਵੇਂ ਅਸੀਂ ਜਾ ਕੇ ਦੂਸਰਿਆਂ ਦਾ, ਜੇ ਤੁਸੀਂ ਕਹਿੰਦੇ ਹੋ ਕਿ ਇੱਥੇ ਆ ਕੇ ਸਾਡਾ ਸੱਭਿਆਚਾਰ ਖਰਾਬ ਕਰ ਰਹੇ ਨੇ, ਤਾਂ ਇਹਦਾ ਮਤਲਬ ਇਹ ਲਈਏ ਕਿ ਅਸੀਂ ਜਿਹੜਾ ਬਾਹਰ ਜਾਂਦੇ ਉਹਨਾਂ ਦਾ ਸੱਭਿਆਚਾਰ ਖਰਾਬ ਕਰਦੇ ਹਾਂ। ਇਹੋ ਜਿਹੀ ਤਾਂ ਗੱਲ ਨਹੀਂ ਹੈ। ਉਹਨਾਂ ਨੇ ਜਿਹਨਾਂ ਨੇ ਆਉਣਾ, ਉਹਨਾਂ ਨੇ ਆਪਣਾ ਭਾਸ਼ਾ, ਆਪਣਾ ਸੱਭਿਆਚਾਰ ਨਾਲ ਹੀ ਲੈ ਕੇ ਆਉਣਾ। ਜਿਵੇਂ ਸਿੱਖ ਭਾਈਚਾਰਾ ਜਿਸ ਦੇਸ਼ ਵਿੱਚ ਜਾਂਦਾ, ਉੱਥੇ ਆਪਣਾ ਸੱਭਿਆਚਾਰ ਨਾਲ ਲੈ ਕੇ ਜਾਂਦੇ ਨੇ, ਠੀਕ ਹੈ ਨਾ। ਤਾਂ ਤੁਹਾਡਾ ਇਹ ਦੇਖੋ ਨਜ਼ਰੀਆ ਸਾਨੂੰ ਬਦਲਣ ਦੀ ਜ਼ਰੂਰਤ ਹੈ। ਜੇ ਅਸੀਂ ਪ੍ਰਵਾਸ ਕਰ ਰਹੇ ਹਾਂ, ਜੇ ਇੱਥੋਂ ਪੰਜਾਬੀ ਜਾ ਰਹੇ ਨੇ, ਤਾਂ ਪੰਜਾਬ ਦੇ ਵਿੱਚ ਵੀ ਤਾਂ ਜਦੋਂ ਅਪਰਚੁਨਿਟੀਜ਼ ਹੋਣਗੀਆਂ, ਪੰਜਾਬ 'ਚ ਅਪਰਚੁਨਿਟੀ ਹੁਣ ਲੇਬਰ ਦੀ ਅਪਰਚੁਨਿਟੀ ਹੈ ਜਾਂ ਹੋਰ ਛੋਟੇ ਛੋਟੇ ਕੰਮ ਧੰਦਿਆਂ ਦੀ ਅਪਰਚੁਨਿਟੀ ਹੈ। ਅਸੀਂ ਉਹ ਕੰਮ ਧੰਦੇ ਛੱਡ ਦਿੱਤੇ, ਠੀਕ ਹੈ ਨਾ। ਔਰ ਖੇਤੀਬਾੜੀ ਸੀ, ਖੇਤੀਬਾੜੀ ਵਿੱਚੋਂ ਵੀ ਲੋਕੀ ਜਿਹੜੇ ਨੇ ਉਹਨਾਂ ਦਾ ਪਲਾਇਨ ਹੋ ਰਿਹਾ, ਉਸ ਤਰ੍ਹਾਂ ਨਹੀਂ ਹੋ ਰਿਹਾ। ਉਹ ਠੀਕ ਹੈ ਕਿ ਸਾਡਾ ਸਿਸਟਮ ਜਿਹੜਾ ਹੈ ਉਹ ਉਹਨਾਂ ਡਿਵੈਲਪ ਨਹੀਂ ਕਰ ਸਕੀਆਂ ਸਰਕਾਰਾਂ, ਉਹਨਾਂ ਦੀ ਇਹ ਸੀਮਾ ਸੀ, ਉਹਨਾਂ ਦੀ ਲਿਮਿਟੇਸ਼ਨ ਰਹੀ, ਔਰ ਹਾਲਾਤ ਵੀ ਕੁਝ ਐਸੇ ਰਹੇ। ਔਰ ਹੁਣ ਅੱਗੇ ਅਸੀਂ ਹਾਲਾਤ ਆਪਣੇ ਕਿਰਦਾਰ ਕਰਕੇ ਜਾਂ ਆਪਣੀ ਜਿਹੜੀ ਆਪਣਾ ਜੋ ਸਾਡਾ ਈਮਾਨ ਹੈ ਉਸ ਕਰਕੇ ਅਸੀਂ ਨਹੀਂ ਉਸ ਤਰ੍ਹਾਂ ਰੱਖ ਸਕੇ। ਪਰ ਇਹ ਤੇ ਜਿਹੜਾ ਪਲਾਇਨ ਹੈ, ਆਉਣਾ ਜਾਣਾ, ਇਹ ਤੇ ਲੱਗਿਆ ਰਹਿਣਾ, ਠੀਕ ਹੈ। ਉਸ ਤੋਂ ਅੱਗੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਮੁੜ ਕੇ ਅਸੀਂ ਆ ਕੇ, ਜਿੱਥੇ ਤੱਕ ਮੇਰੀ ਗੱਲ ਹੈ, ਪਹਿਲੀ ਤਾਂ ਗੱਲ ਹੈ ਕਿ ਮੈਂ ਕੋਈ ਜਾ ਕੇ ਉੱਥੇ ਜੇ ਉਸ ਤਰ੍ਹਾਂ ਵਸਿਆ ਨਹੀਂ, ਮੈਂ ਨਾ ਹੀ ਮੇਰੀ ਕੋਈ ਵਸਣ ਦੀ ਤਮੰਨਾ ਹੈ। ਮੈਂ ਤੇ ਪਹਿਲਾਂ ਹੀ ਘੁੰਮ ਫਿਰ ਕੇ ਔਰ ਚੱਕਰਵਰਤੀ ਰੂਪ ਦੇ ਵਿੱਚ ਆਪਣਾ ਕਾਰਜ ਕਰ ਰਿਹਾ, ਔਰ ਵੱਖ-ਵੱਖ ਦੇਸ਼ਾਂ ਦੇ ਵਿੱਚ ਕੰਮ ਕਰ ਰਿਹਾ। ਬਹੁਤ ਸਮਾਂ ਜਿਹੜਾ ਮੈਂ ਜਿੰਨਾ ਇੰਡੀਆ ਆਪਣੇ ਘਰ ਵਿੱਚ ਰਹਿ ਰਿਹਾ, ਉਨਾ ਹੀ ਮੈਂ ਬਾਹਰ ਆਪਣੇ ਉੱਥੇ ਆਪਣੇ ਬੇਟੇ ਕੋਲ ਜਾਂ ਬੇਟੀ ਕੋਲ ਰਹਿ ਰਿਹਾ। ਔਰ ਇਹ ਕੰਮ ਕਰਨਾ ਚਾਹੀਦਾ। ਔਰ
ਪੰਜਾਬ ਨੂੰ ਜਦੋਂ ਅਸੀਂ ਗੁਰਮਤਿ ਸੰਗੀਤ ਦੀ ਗੱਲ ਕਰ ਰਹੇ ਹਾਂ ਜਾਂ ਆਪਣੇ ਸਬਜੈਕਟ ਦੀ ਗੱਲ ਕਰ ਰਹੇ ਹਾਂ ਤਾਂ ਇੱਕ ਕਿਸਮ ਪੰਜਾਬ ਨੂੰ ਨਰਿਸ਼ ਕਰ ਰਹੇ ਹਾਂ, ਪੰਜਾਬ ਦੀ ਹੀ ਸੇਵਾ ਕਰ ਰਹੇ ਹਾਂ, ਆਪਣੇ ਸੰਗੀਤ ਦੀ ਹੀ ਸੇਵਾ ਕਰ ਰਹੇ ਹਾਂ। ਤਾਂ ਉਹ ਵੱਖ-ਵੱਖ ਦੇਸ਼ਾਂ ਵਿੱਚ ਪਹੁੰਚਾਉਣਾ ਵੀ ਇੱਕ ਸੇਵਾ ਹੈ। ਪਰ ਇੱਥੇ ਹੁਣ ਸਾਡੇ ਵਰਗੇ ਬਹੁਤ ਸਾਰੇ ਮੇਰੇ ਦੋਸਤ ਨੇ, ਸੀਨੀਅਰ ਪ੍ਰੋਫੈਸਰ ਨੇ, ਜਿਹੜੇ ਆਪਣੇ ਫੀਲਡ 'ਚ ਉਹਨਾਂ ਦਾ ਬੜਾ ਨਾਮ ਹੈ। ਹੁਣ ਅਗਰ ਯੂਨੀਵਰਸਿਟੀਆਂ ਦੇ ਕੋਲ ਐਸੀ ਕੋਈ ਪ੍ਰੋਵੀਜ਼ਨ ਹੋਵੇ ਕਿ ਉਹ ਉਹਨਾਂ ਨੂੰ ਸੰਭਾਲ ਸਕਣ, ਐਸੇ ਜਿਹੜੇ ਬ੍ਰਿਲੀਅੰਟ ਮਾਈਂਡ ਤੁਸੀਂ ਗੱਲ ਕਰ ਰਹੇ ਹੋ, ਪਰ ਉਹਨਾਂ ਨੂੰ ਹੁਣ ਉਹ ਸੇਵਾਵਾਂ ਤੇ ਵੱਡੀਆਂ ਸੰਸਥਾਵਾਂ ਨੇ ਲੈਣੀਆਂ ਨੇ ਨਾ। ਸਾਨੂੰ ਇਸ ਵੇਲੇ ਨਾ ਤਾਂ ਕੋਈ ਪੈਸੇ ਦੀ ਝਾਕ ਹੈ, ਨਾ ਸਾਨੂੰ ਕੋਈ ਹੋਰ ਐਸੀ ਮਾਨਤਾ ਜਾਂ ਸਾਨੂੰ ਸਨਮਾਨ ਚਾਹੀਦਾ। ਅਸੀਂ ਤਾਂ ਚਾਹੁੰਦੇ ਹਾਂ ਕਿ ਅਸੀਂ ਜੋ ਸਾਡਾ ਜ਼ਿੰਦਗੀ ਦਾ ਤਜਰਬਾ ਹੈ ਉਹ ਅਸੀਂ ਦੇ ਸਕੀਏ। ਪਰ ਅਨਫੋਰਚੂਨੇਟਲੀ ਕੀ ਹੁੰਦਾ ਕਿ ਹਰ ਸੰਸਥਾ ਦੇ ਵਿੱਚ ਜਦੋਂ ਨਵੇਂ ਲੋਕ ਆ ਜਾਂਦੇ ਨੇ ਤਾਂ ਫਿਰ ਉਹ ਆਪਣੇ ਢੰਗ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ, ਔਰ ਉਹਨਾਂ ਨੂੰ ਵੀ ਮੁਬਾਰਕ। ਅਸੀਂ ਵੀ ਚਾਹਾਂਗੇ ਕਿ ਅਸੀਂ ਹੋਰ ਜਿੱਥੇ ਸਾਨੂੰ ਸਪੇਸ ਮਿਲਦੀ ਅਸੀਂ ਉੱਥੇ ਜਾ ਕੇ ਕੰਮ ਕਰੀਏ। ਪਰ ਪੰਜਾਬ ਦੇ ਵਿੱਚ ਘੱਟੋ ਘੱਟ ਮੈਂ ਆਪਣੇ ਬਾਰੇ ਤਾਂ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਮੈਂ ਚਾਹੁੰਦਾ ਕਿ ਪੰਜਾਬ ਵਿੱਚ ਅਸੀਂ ਕੋਈ ਐਸਾ ਇੰਸਟੀਚਿਊਟ ਬਣਾਈਏ ਜਿੱਥੇ ਰਹਿ ਕੇ ਅਸੀਂ ਕੰਮ ਕਰ ਸਕੀਏ, ਨਿਰੰਤਰ ਕੰਮ ਕਰ ਸਕੀਏ, ਔਰ ਕਰਦੇ ਰਹਾਂਗੇ। ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਂਦਾ ਕਿ ਜਿੰਨੀ ਦੇਰ ਤੱਕ, ਕਿਉਂਕਿ ਸਾਡਾ ਗੁਰਮਤਿ ਸੰਗੀਤ ਹੈ ਉਸ ਦੀ ਤਾਂ ਇਹ ਧਰਾਤਲ ਹੀ ਪੰਜਾਬ ਹੈ ਜੀ। ਔਰ ਹੁਣ ਪੰਜਾਬ ਸਾਨੂੰ ਇਕੱਲਾ ਇਹ ਪੰਜਾਬ ਇਧਰਲਾ ਜਿਹੜਾ ਆਪਣਾ ਪੂਰਬੀ ਪੰਜਾਬ ਹੈ ਉਹ ਹੀ ਨਹੀਂ ਦਿਸਦਾ ਸਾਨੂੰ, ਤੇ ਹੁਣ ਪੱਛਮੀ ਪੰਜਾਬ ਵੀ ਦਿਸਦਾ। ਜੋ ਪੱਛਮੀ ਪੰਜਾਬ ਵੀ ਸਾਡਾ ਹਿੱਸਾ ਹੈ, ਕਿਉਂਕਿ ਉੱਥੇ ਸਾਡੇ ਨਨਕਾਣਾ ਸਾਹਿਬ ਨੇ, ਪੰਜਾ ਸਾਹਿਬ ਨੇ, ਔਰ ਸਾਡੇ ਵਿਸ਼ੇ ਦੇ ਉੱਤੇ ਬਹੁਤ ਵੱਡੇ ਜਿਹੜੇ ਰਬਾਬੀਆਂ ਦੇ ਘਰਾਣੇ ਨੇ ਉੱਥੇ ਬੈਠੇ ਨੇ, ਤਾਂ ਉਹਨਾਂ 'ਤੇ ਕੰਮ ਹੀ ਨਹੀਂ ਹੋਇਆ। ਅਸੀਂ ਹੁਣ ਚਾਹੁੰਦੇ ਹਾਂ ਕਿ ਅਗਰ ਜਦੋਂ ਗਲੋਬਲ ਪ੍ਰਪੇਖ ਵਿੱਚ ਅਸੀਂ ਵੇਖ ਰਹੇ ਹਾਂ ਤੇ ਅਸੀਂ ਜੁਆਇੰਟਲੀ ਦੋਹੇ ਪੰਜਾਬਾਂ ਦਾ ਜਿਹੜਾ ਗੁਰਮਤਿ ਸੰਗੀਤ ਹੈ, ਕੀਰਤਨ ਦੀ ਪਰੰਪਰਾ ਹੈ, ਸ਼ਬਦ ਕੀਰਤਨ ਪਰੰਪਰਾ ਹੈ, ਸਾਜ਼ਾਂ ਦੀ ਪਰੰਪਰਾ ਹੈ, ਉਸ ਉੱਤੇ ਕੰਮ ਕਰ ਸਕੀਏ। ਮੈਨੂੰ ਬੜੀ ਖੁਸ਼ੀ ਹੈ ਕਿ ਉੱਥੇ ਵੀ ਯੂਨੀਵਰਸਿਟੀਜ਼ ਬਣ ਰਹੀਆਂ ਨੇ, ਉੱਥੇ ਵੀ ਸਾਡੇ ਗੁਰਮਤਿ ਸੰਗੀਤ ਡਿਪਾਰਟਮੈਂਟ ਸਥਾਪਿਤ ਕਰਨ ਦੀ ਗੱਲ ਹੋ ਰਹੀ ਹੈ। ਉੱਥੇ ਵੀ ਰਬਾਬੀ ਸਿੰਘ ਜਿਹੜੇ ਨੇ ਉਹਨਾਂ ਨੂੰ ਰਬਾਬ ਸਿਖਾਉਣ ਦੀ ਗੱਲ ਤੁਰ ਪਈ ਹੈ, ਕੀਰਤਨ ਸਿਖਾਉਣ ਦੀ ਗੱਲ ਤੁਰ ਪਈ ਹੈ। ਤਾਂ ਇਹ ਪੰਜਾਬ ਨੂੰ, ਤੇ ਜਿਵੇਂ ਬਾਬਾ ਨਾਨਕ ਜੀ ਨੇ ਆ ਕੇ ਆਪਣਾ ਕਰਤਾਰਪੁਰ ਸਾਹਿਬ ਮੁੜ ਕੇ ਵਸਾਇਆ ਸੀ, ਉਸ ਕਿਸਮ ਦੀ ਭਾਵਨਾ ਦੇ ਨਾਲ ਅਸੀਂ ਕੰਮ ਨਿਰੰਤਰ ਕਰ ਰਹੇ ਹਾਂ। ਔਰ ਉਹੀ ਭਾਵਨਾ ਨੂੰ ਮੈਂ ਚਾਹਾਂਗਾ ਕਿ ਬਾਕੀ ਵੀ ਮੇਰੇ ਜਿਹੜੇ ਸਾਥੀ ਨੇ ਉਹ ਜ਼ਰੂਰ ਇਸ ਦਿਸ਼ਾ ਦੇ ਵਿੱਚ ਇਸ ਤੁਹਾਡੇ ਵਿਚਾਰ ਨੂੰ ਸੁਣ ਕੇ ਤੇ ਇਸ ਦਿਸ਼ਾ ਵਿੱਚ ਕੰਮ ਕਰਨ, ਔਰ ਇਸੇ ਭਾਵਨਾ ਦੇ ਨਾਲ ਹੀ ਪੰਜਾਬ ਦੀ ਜਿਹੜੀ ਹੈ ਤਰੱਕੀ ਹੋਏਗੀ। ਜੀ ਸਰ, ਤੁਸੀਂ ਗੱਲ ਕਹੀ ਵੀ ਤੁਸੀਂ ਕੋਈ ਇੰਸਟੀਚਿਊਟ ਹੋਰ ਜਿਹੜਾ ਹੈਗਾ ਬਣਾਉਣ ਦੀ ਭਾਵਨਾ ਤੁਹਾਡੀ ਹੈ, ਮਨ 'ਚ ਹੈ ਵੀ ਅਸੀਂ ਬਣਾਵਾਂਗੇ ਆਉਣ ਵਾਲੇ ਸਮੇਂ 'ਚ। ਗੱਲ ਇਹ ਹੈ ਵੀ ਸਰ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਰਹਿੰਦੇ ਗੁਰਮਤਿ ਸੰਗੀਤ ਡਿਪਾਰਟਮੈਂਟ ਜਿਹਦੇ ਕਰਕੇ ਪੰਜਾਬੀ ਯੂਨੀਵਰਸਿਟੀ ਨੂੰ ਜਾਣਿਆ ਜਾਂਦਾ ਸੀ, ਅੱਜ ਤੁਹਾਡੇ ਜਾਣ ਤੋਂ ਬਾਅਦ ਉਹਦੇ ਜਿਹਦੇ ਅਸੀਂ ਹਾਲਾਤ ਦੇਖੇ, ਕਿਉਂਕਿ ਅਸੀਂ ਸਟੂਡੈਂਟ ਰਹੇ ਹਾਂ ਉਸ ਵਿਭਾਗ ਦੇ, ਵੀ ਉਹ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਕਿਵੇਂ ਸੰਭਾਲਿਆ ਜਾਵੇ, ਜਿਹੜਾ ਉਹ ਉਹਨਾਂ ਦਾ ਜਿਹੜਾ ਇਹ ਹਾਲ ਹੈ, ਕਿਉਂਕਿ ਕਿੱਥੇ ਸੀ ਉਹ ਥੱਲੇ ਆ ਗਿਆ ਹੈ, ਉਹਦੇ ਬਾਰੇ ਤੁਹਾਡਾ ਕੀ ਸਰ? ਦੇਖੋ, ਬਹੁਤ ਅੱਛਾ ਤੁਸੀਂ ਸਵਾਲ ਤਾਂ ਬੜਾ ਤਿੱਖਾ ਕੀਤਾ ਹੈ। ਪਰ ਇਹ ਕਿ ਉਸ ਡਿਪਾਰਟਮੈਂਟ, ਅਸੀਂ ਜਦੋਂ ਇਹ ਡਿਪਾਰਟਮੈਂਟ ਬਣਾਇਆ ਸੀ, ਅਸੀਂ ਯੂਨੀਵਰਸਿਟੀ ਤੋਂ ਬਾਹਰ ਵੀ ਉਹ ਸੰਸਥਾ ਬਣਾ ਸਕਦੇ ਸੀ, ਕਿਉਂਕਿ ਅਸੀਂ ਯੂਨੀਵਰਸਿਟੀ ਨਾਲ 15 ਸਾਲਾਂ ਦੇ ਲਈ ਮੇਰੇ ਪਰਮ ਸਤਿਕਾਰਯੋਗ ਬੀਬੀ ਜਸਵੀਰ ਕੌਰ ਜੀ ਖਾਲਸਾ ਸ੍ਰੀ ਗੁਰੂ ਗਿਆਨ ਪ੍ਰਕਾਸ਼ ਫਾਊਂਡੇਸ਼ਨ ਬਣਾ ਕੇ ਗੁਰਮਤਿ ਸੰਗੀਤ ਨੂੰ ਵਿਸ਼ੇ ਵਜੋਂ ਲਾਗੂ ਕਰਨ ਲਈ ਗੁਰਮਤਿ ਸੰਗੀਤ ਚੇਅਰ ਦੀ ਸਥਾਪਨਾ ਹੋਈ। ਮੈਂ ਉਸ ਇਤਿਹਾਸ ਵਿੱਚ ਨਹੀਂ ਜਾਂਦਾ। ਜਿਹੜਾ ਤੁਹਾਡਾ ਸਵਾਲ ਹੈ, ਉਸ ਡਿਪਾਰਟਮੈਂਟ ਜਾਂ ਉਹਨਾਂ ਨੇ ਹੁਣ ਯੂਨੀਵਰਸਿਟੀ ਦੇ ਜੋ ਅਕਾਦਮਿਕ ਜੋ ਉੱਥੇ ਦੇ ਨਿਯਮ ਨੇ ਉਹਨਾਂ ਮੁਤਾਬਕ ਕੰਮ ਕਰਨਾ ਜੀ। ਔਰ ਜਿਹੜੀ ਰਿਐਲਿਟੀ ਹੈ, ਵਾਸਤਵਿਕ ਸਥਿਤੀ ਇਹ ਹੈ ਕਿ ਮੈਂ ਉੱਥੋਂ ਰਿਟਾਇਰ ਹੋ ਚੁੱਕਾ। ਜਦੋਂ ਮੈਂ ਰਿਟਾਇਰ ਹੋ ਚੁੱਕਾ ਤੇ ਹੁਣ ਮੈਂ ਇਸ ਦੀ ਚਿੰਤਾ ਕਰਾਂ ਕਿ ਉਹ ਡਿਪਾਰਟਮੈਂਟ ਕਿਵੇਂ ਚੱਲੂਗਾ ਜਾਂ ਨਹੀਂ ਚੱਲੇਗਾ, ਇਹ ਮੇਰਾ ਵਿਸ਼ਾ ਨਹੀਂ। ਮੈਂ ਤੇ ਆਪਣਾ ਕੰਮ ਗੁਰਮਤਿ ਸੰਗੀਤ ਨੂੰ ਸਮਰਪਿਤ ਹੋ ਕੇ ਕਰ ਰਿਹਾ, ਕਰਦੇ ਜਾਣਾ, ਔਰ ਕਰਦਾ ਹੀ ਰਹਾਂਗਾ। ਤਾਂ ਉਹ ਡਿਪਾਰਟਮੈਂਟ ਵੀ ਹੋ ਗਿਆ, ਹੋਰ ਯੂਨੀਵਰਸਿਟੀਆਂ 'ਚ ਡਿਪਾਰਟਮੈਂਟ ਵੀ ਬਣ ਰਹੇ ਨੇ, ਉੱਥੇ ਵੀ ਗੁਰਮਤਿ ਸੰਗੀਤ ਹੋ ਰਿਹਾ, ਬਾਕੀ ਦੇਸ਼ਾਂ ਵਿੱਚ ਵੀ ਹੋ ਰਿਹਾ। ਹੁਣ ਉਹ ਤਾਂ ਯੂਨੀਵਰਸਿਟੀ ਨੇ ਵੇਖਣਾ ਕਿ ਉਸ ਨੂੰ ਕਿਸ ਤਰ੍ਹਾਂ ਚਲਾਉਣਾ, ਜਾਂ ਉਸ ਨੂੰ ਜਿਹੜੇ ਅੱਗੇ ਉਸ 'ਤੇ ਸਥਾਪਿਤ ਲੋਕ ਨੇ ਜਿਨ੍ਹਾਂ ਨੂੰ ਡੈਜ਼ਿਗਨੇਟ ਕੀਤਾ ਗਿਆ। ਮੈਨੂੰ ਖੁਸ਼ੀ ਹੈ ਕਿ ਅਲੰਕਾਰ ਸਿੰਘ ਹੋਰਾਂ ਨੂੰ ਇੰਚਾਰਜ ਬਣਾਇਆ, ਉਹ ਕੀਰਤਨ ਵੀ ਕਰ ਰਹੇ ਨੇ। ਪਹਿਲਾਂ ਉਹਨਾਂ ਦਾ ਜਿਹੜਾ ਝੁਕਾਅ ਸੀ ਉਹ ਸ਼ਾਸਤਰੀ ਸੰਗੀਤ ਵੱਲ ਸੀ, ਹੁਣ ਉਹ ਵੱਧ ਤੋਂ ਵੱਧ ਕੀਰਤਨ ਕਰਕੇ ਗੁਰਮਤਿ ਸੰਗੀਤ ਦਾ
ਉਸ ਦੇ ਖੇਤਰ ਵਿੱਚ ਉਹ ਕਾਰਜ ਕਰ ਰਹੇ ਨੇ। ਜੀ ਤੋ ਇਹ ਆਪਣੇ ਆਪ 'ਚ ਮੈਨੂੰ ਬੜੀ ਵੱਡੀ ਚੇਂਜ ਲੱਗਦੀ ਹੈ ਕਿ ਮਿਊਜ਼ਿਕ ਵਾਲੇ ਜਿਹੜੇ ਸਾਡੇ ਮਿਊਜ਼ਿਕ ਦੇ ਜਿਹੜੇ ਵਿਦਵਾਨ ਜਿਹੜੇ ਸਾਡੇ ਟੀਚਰ ਨੇ, ਅਧਿਆਪਕ ਨੇ, ਉਹ ਗੁਰਮਤਿ ਸੰਗੀਤ ਵਾਲੇ ਪਾਸੇ ਵੀ ਉਨਾ ਹੀ ਕੰਟਰੀਬਿਊਟ ਕਰ ਰਹੇ ਨੇ। ਕਿਤੇ ਤਾਂ ਇਹ ਹੁੰਦਾ ਸੀ ਕਿ ਗੁਰਮਤਿ ਸੰਗੀਤ ਮਸਾਂ ਵਿਸ਼ਾ ਸ਼ੁਰੂ ਹੋਇਆ ਸੀ ਜੀ ਔਰ ਉਸ ਦੇ ਲਈ ਸਾਨੂੰ ਬਹੁਤ ਸਾਰੀਆਂ ਕਠਿਨਾਈਆਂ ਆ ਰਹੀਆਂ ਸੀ। ਹੁਣ ਜਦੋਂ ਮੈਂ ਦੇਖਦਾ ਕਿ ਗੁਰਮਤਿ ਸੰਗੀਤ ਜਿਹੜਾ ਹੈ ਜ਼ਿਆਦਾ ਫਲਰਿਸ਼ ਹੋ ਰਿਹਾ ਸੰਗੀਤ ਨਾਲੋਂ ਵੀ, ਇਸ ਦੀਆਂ ਬਹੁਤ ਸਾਰੀਆਂ ਪਰਫਾਰਮੈਂਸਿਸ ਹੋ ਰਹੀਆਂ ਨੇ, ਸੈਮੀਨਾਰ ਕਾਨਫਰੰਸ ਕਾਲਜਸ ਦੇ ਵਿੱਚ ਜਾਂ ਮੁਕਾਬਲੇ ਹੋ ਰਹੇ ਨੇ, ਐਨੇ ਸੰਗੀਤ ਦੇ ਮੁਕਾਬਲੇ ਨਹੀਂ ਹੋ ਰਹੇ। ਔਰ ਅਪਰਚੁਨਿਟੀਜ਼ ਜਿਹੜੀਆਂ ਨੇ ਗੁਰਮਤਿ ਸੰਗੀਤ ਵਾਲਿਆਂ ਨੂੰ ਦੇਸ਼ ਵਿੱਚ ਔਰ ਵਿਦੇਸ਼ ਵਿੱਚ ਬਹੁਤ ਨੇ। ਅਗਰ ਤੁਸੀਂ ਕੀਰਤਨ ਦੀ ਹੀ ਗੱਲ ਲੈਂਦੇ ਹੋ ਤੇ ਕੀਰਤਨ ਦੇ ਖੇਤਰ ਵਿੱਚ ਹੀ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਆ ਰਹੇ ਨੇ। ਜੀ ਇਹ ਸਾਰਾ ਕੁਝ ਚੇਂਜ ਤਾਂ ਆਈ ਹੈ ਜੇਕਰ ਗੁਰਮਤਿ ਸੰਗੀਤ ਇੱਕ ਵਿਸ਼ੇ ਵਜੋਂ ਹੋਇਆ ਔਰ ਉਹਦੇ ਨਾਲ ਇੱਕ ਜਿਹੜੇ ਸੁਸਿੱਖਿਅਤ ਜਿਹੜੇ ਐਜੂਕੇਟਡ ਜਿਹੜੇ ਕੀਰਤਨੀਏ ਸੀ ਉਹਨਾਂ ਨੂੰ ਥਾਂ ਮਿਲੀ ਦਰਬਾਰ ਸਾਹਿਬ ਦੇ ਵਿੱਚ, ਔਰ ਹੁਣ ਵੀ ਉਹਨਾਂ ਦਾ ਵਿਸਥਾਰ ਹੋ ਰਿਹਾ। ਸਰ ਬਿਲਕੁਲ ਗੁਰਮਤਿ ਸੰਗੀਤ ਡਿਪਾਰਟਮੈਂਟ, ਉਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਵੀ ਉੱਥੇ ਦੀਆਂ ਜਿਹੜੀਆਂ ਯੂਨੀਵਰਸਿਟੀ ਦੀਆਂ ਸੇਵਾਵਾਂ, ਹੁਣ ਯੂਨੀਵਰਸਿਟੀ ਦਾ ਜਿਹੜਾ ਹੁਣ ਦਾ ਸਟਾਫ ਉਹਨੂੰ ਚੀਜ਼ ਨੂੰ ਦੇਖੇਗਾ। ਗੱਲ ਉਹੀ ਆ ਜਾਂਦੀ ਹੈ ਵੀ ਉਹ ਹੁਣ ਜਦੋਂ ਅਸੀਂ ਸਾਰੇ ਉੱਥੇ ਪੜ੍ਹਿਓ, ਪਹਿਲਾ ਇੱਕ ਵਿਭਾਗ ਹੈ ਵੀ ਉਹ ਜਦੋਂ ਮੁਰਝਾਉਂਦਾ ਦਿਖਦਾ ਜਿਹੜੇ ਉੱਥੇ ਦੇ ਸਟੂਡੈਂਟ ਹਨ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਇਹ ਮਨ 'ਚ ਆ ਜਾਂਦੀ ਹੈ ਗੱਲ। ਦੂਸਰੀ ਗੱਲ ਇਹ ਹੈ ਵੀ ਜੇ ਹੁਣ ਤੁਸੀਂ ਯੂਨੀਵਰਸਿਟੀ ਤੋਂ ਰਿਟਾਇਰ ਹੋ ਗਏ, ਸਾਡੀ ਸਿੱਖ ਸੰਸਥਾ ਯੂਨੀਵਰਸਿਟੀ ਆਪਣੀ SGPC, ਜੇ ਉਹ ਕੋਈ ਐਸਾ ਇੱਕ ਸਾਧਨ ਬਣਾਉਂਦੇ ਤੁਹਾਨੂੰ ਉਹ ਵਰਤ ਸਕਦੇ ਸੀ। ਐਡੀ ਵੱਡੀ ਯੂਨੀਵਰਸਿਟੀ ਹੈ ਉਹਨਾਂ ਦੀ, ਜਿਵੇਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ। ਮੈਂ ਇੱਕ ਆਪਣੇ ਫਰੈਂਡ ਦੇ ਵਿੱਚ ਹੀ ਗੱਲ ਕਰ ਰਿਹਾ ਸਰ, ਸੱਚੀ ਗੱਲ ਆ, ਉਹ ਕਹਿ ਰਹੇ ਸੀ ਵੀ ਜੇ ਡਾਕਟਰ ਗੁਰਨਾਮ ਸਿੰਘ ਜੀ ਆਪਣੇ ਵਰਲਡ ਸਿੱਖ ਯੂਨੀਵਰਸਿਟੀ ਦੇ ਹੁੰਦੇ VC ਬਣ ਜਾਂਦੇ ਕਿਤੇ, ਕਿ ਯੂਨੀਵਰਸਿਟੀ ਨੇ ਮਤਲਬ ਉਹਨੇ ਗਰੋਥ ਨਹੀਂ ਕਰਨੀ ਸੀ, ਉਹਨੇ ਰੋਕਟ ਦੀ ਤਰ੍ਹਾਂ ਚੱਲਣਾ ਸੀ। ਮਤਲਬ ਤੁਹਾਡਾ ਕੰਮ ਜਿਨ੍ਹਾਂ ਨੇ ਦੇਖਿਆ, ਮਤਲਬ ਤੁਹਾਨੂੰ ਜੇ ਇੱਥੇ ਉਹ ਯੂਨੀਵਰਸਿਟੀ ਦਾ ਐਡਾ ਵੱਡਾ ਨਾਮ ਹੈ ਤੇ ਨਾਮ ਰੱਖਿਆ ਗਿਆ ਹੈ, ਪਰ ਕੰਮ ਜਿਹੜੇ ਹੈਗੇ ਉਸ ਪੱਧਰ ਦੇ ਨਹੀਂ ਉੱਥੇ ਦਿਖ ਰਹੇ ਉਹਦੇ, ਤੇ ਉਹਦੀ ਚਿੰਤਾ ਕਰਕੇ ਵੀ ਜਿਹੜੇ ਹੁਣ ਉਹਨਾਂ ਨੂੰ ਸੰਭਾਲਣਾ ਚਾਹੀਦਾ ਸੀ ਸਾਨੂੰ। ਤੁਸੀਂ ਬੇਸ਼ੱਕ ਉੱਥੇ ਵੀ ਜਾਂਦੇ ਤੇ ਇੱਥੇ ਜਿਹੜਾ ਤੁਹਾਡਾ ਕਾਰਜ ਉਹ ਲੈਣਾ ਚਾਹੀਦਾ ਜੀ ਤੁਹਾਡੇ ਤੋਂ। ਦੇਖੋ ਮੇਰੀ ਮੇਰੀ ਸਮੱਸਿਆ ਨਹੀਂ ਜੀ ਕਿ ਮੈਨੂੰ ਯੂਟਿਲਾਈਜ਼ ਕਿਸੇ ਸੰਸਥਾ ਨੇ ਕੀਤਾ ਜਾਂ ਨਾ ਕੀਤਾ। ਜੀ ਤੇ ਮੈਨੂੰ ਲੱਗਦਾ ਹੈ ਕਿ ਗੁਰੂ ਨੇ ਜਿਹੜੀ ਮੇਰੀ ਸੇਵਾ ਲੈਣੀ ਹੈ, ਜੀ ਮੈਂ ਕੀ ਫੀਲ ਕਰਦਾ ਜੀ ਕਿ ਮੇਰੀ ਸੇਵਾ ਉਹਨੇ ਗੁਰਮਤਿ ਸੰਗੀਤ 'ਚ ਹੀ ਲੈਣੀ ਹੈ। ਜੀ ਹੈ ਇਹ ਜਿਵੇਂ ਕਹਿੰਦੇ ਨੇ ਕਿ ਪ੍ਰੀ ਡੈਸਟਿਨਡ ਹੈ ਔਰ ਸੇਵਾ ਹੋ ਵੀ ਰਹੀ ਹੈ। ਤੋ ਅਗਰ ਮੈਂ ਕਿਸੇ ਹੋਰ ਯੂਨੀਵਰਸਿਟੀ ਦੇ ਵਿੱਚ ਕਿਸੇ ਹੋਰ ਉਹਦੇ ਤੇ ਜਾਵਾਂਗਾ, ਮੈਂ ਕੰਮ ਤੇ ਕਰ ਸਕਦਾ, ਕੈਪੈਸਿਟੀ ਦਾ ਸਾਰਿਆਂ ਨੂੰ ਪਤਾ ਜਾਂ ਕ੍ਰੈਡੀਬਿਲਿਟੀ ਹੈ ਇੱਕ, ਪਰ ਗੁਰਮਤਿ ਸੰਗੀਤ ਨੂੰ ਸ਼ਾਇਦ ਉਹਦਾ ਥੋੜ੍ਹਾ ਜਿਹਾ ਨੁਕਸਾਨ ਹੋਵੇ ਜਾਂ ਗੁਰੂ ਇਹ ਨਹੀਂ ਸੇਵਾ ਲੈਣਾ ਚਾਹੁੰਦਾ, ਠੀਕ ਹੈ ਨਾ। ਤੇ ਉਹਨਾਂ ਦੀ ਹੈ ਕਿ ਮੈਂ ਐਸੇ ਖੇਤਰ ਵਿੱਚ ਕੰਮ ਕਰਾਂ। ਇਹ ਠੀਕ ਹੈ, ਤੁਹਾਡੀ ਵਿਸ਼ ਹੈ, ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਤੁਸੀਂ ਲੋਕ ਮੈਨੂੰ ਇਸ ਕਾਬਿਲ ਸਮਝਦੇ ਹੋ। ਔਰ ਕਿਤੇ ਮੈਨੂੰ ਵੀ ਲੱਗਦਾ ਹੈ ਕਿ ਮੈਂ, ਪਰ ਉਹ ਇਹ ਹੈ ਕਿ ਆਪਾਂ ਕਿਉਂ ਕਹੀਏ ਕਿ ਸਾਨੂੰ ਕੋਈ ਲੋੜ ਹੈ ਜੀ ਕਿ ਆਹ ਕੰਮ ਕਰੀਏ। ਪਰ ਗੁਰਮਤਿ ਸੰਗੀਤ ਵਿੱਚ ਹੀ ਅਜੇ ਬਹੁਤ ਕੰਮ ਹੋਣ ਵਾਲਾ ਹੈ। ਤੁਸੀਂ ਇਸ ਗੱਲ ਤੋਂ ਪਰੇਸ਼ਾਨ ਨਾ ਹੋਵੋ ਕਿ ਗੁਰਮਤਿ ਸੰਗੀਤ ਦਾ ਜਿਹੜਾ ਕੋਈ ਬੂਟਾ ਹੈ ਉਹ ਉੱਥੇ ਪੰਜਾਬੀ ਯੂਨੀਵਰਸਿਟੀ 'ਚ ਮੁਰਝਾ ਰਿਹਾ। ਪੰਜਾਬੀ ਯੂਨੀਵਰਸਿਟੀ ਦੀ ਖੁਦ ਦੀ ਜਿਹੜੀ ਹਾਲਤ ਹੈ ਕੋਈ ਬਹੁਤ ਸੁਖਾਵੀ ਨਹੀਂ, ਠੀਕ ਹੈ। ਔਰ ਜਿਹੜਾ ਸਮਾਂ ਤੁਸੀਂ ਦੇਖਿਆ ਉਹ ਗੁਰਮਤਿ ਸੰਗੀਤ, ਠੀਕ ਹੈ, ਅਸੀਂ ਸਾਰਿਆਂ ਨੇ ਬਹੁਤ ਕੰਮ ਕੀਤਾ, ਜੇ ਮੈਂ ਕੰਮ ਕੀਤਾ, ਮੇਰੇ ਸਟਾਫ ਨੇ, ਮੇਰੇ ਸਟੂਡੈਂਟਸ ਨੇ, ਔਰ ਸਾਨੂੰ ਬਹੁਤ ਸਪੋਰਟ ਰਹੀ ਹੈ ਸਾਰੀਆਂ ਸੰਸਥਾਵਾਂ ਦੀ, ਹੈ। ਔਰ ਉਹ ਤੇ ਫਿਰ ਉਹ ਸਮਾਂ ਸੀ ਔਰ ਉਸ ਵੇਲੇ ਸਪੇਸ ਵੀ ਸੀ ਔਰ ਕੰਮ ਕਰਨ ਨੂੰ, ਹੁਣ ਵੀ ਕੰਮ ਕਰਨ ਨੂੰ ਬਹੁਤ ਕੁਛ ਹੈ। ਔਰ ਇਸੇ ਤਰ੍ਹਾਂ ਹੀ ਗੁਰਮਤਿ ਦੇ ਖੇਤਰ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੇਤਰ ਵਿੱਚ ਜਾਂ ਗੁਰਮਤਿ ਦੇ ਖੇਤਰ ਵਿੱਚ ਜਿਹੜਾ ਹੈ, ਅਸੀਂ ਬਹੁਤ ਸਾਰਾ ਕੰਮ ਅਜੇ ਸਾਡਾ ਕਰਨ ਨੂੰ ਪਿਆ। ਔਰ ਇਸੇ ਕਰਕੇ ਤਾਂ ਵਾਰ-ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਸੰਸਥਾਵਾਂ ਦੀ ਆਲੋਚਨਾ ਹੁੰਦੀ ਹੈ ਕਿ ਇੰਨੀ ਸਪੇਸ ਹੋਵੇ, ਇੰਨਾ ਕੰਮ ਕਰਨ ਨੂੰ ਹੋਵੇ, ਅਸੀਂ ਉਹ ਕੰਮ ਹੀ ਨਾ ਕਰੀਏ। ਫਿਰ ਟੈਲੈਂਟ ਵੀ ਸਾਡੇ ਕੋਲ ਹੋਵੇ, ਵਿਦਵਾਨ ਵੀ ਸਾਡੇ ਕੋਲ ਹੋਣ, ਕੰਮ ਕਰਨ ਵਾਲੇ ਵੀ ਸਾਡੇ ਕੋਲ ਹੋਣ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ। ਜਾਂ ਅਸੀਂ ਕੋਈ ਅੱਛਾ, ਇੱਥੋਂ ਤੱਕ ਕਿ ਇਸ ਦਾ ਕੋਈ ਅੱਛਾ ਮੀਡੀਆ ਵਿੰਗ ਹੀ ਸਥਾਪਿਤ ਨਹੀਂ ਕਰ ਪਾ ਰਹੇ। ਮੈਂ ਇਹ ਚਲੋ ਉਸ ਦਾ ਵਿਸ਼ਾ ਨਹੀਂ ਹੈ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਹੋ, ਪਰ ਮੈਂ ਇੱਕ ਗੱਲ ਦੇਖੋ ਨਾ, ਕਿੰਨਾ ਕੀਰਤਨ ਦਰਬਾਰ ਸਾਹਿਬ ਤੋਂ ਲਾਈਵ ਪ੍ਰਸਾਰਣ ਤਾਂ ਅਸੀਂ ਕਰਾ ਲਿਆ, ਪਰ ਹੁਣ ਜਿਹੜਾ ਐਟ ਪ੍ਰੈਜ਼ੈਂਟ ਕੀਰਤਨ ਹੋ ਰਿਹਾ ਉਹ ਆਉਣ ਵਾਲੇ 20-25 ਸਾਲ ਨੂੰ ਉਸ ਕੀਰਤਨ ਨੂੰ ਅਸੀਂ ਪੁਰਾਤਨ ਕੀਰਤਨ ਕਹਿਣ ਲੱਗ ਪੈਣਾ।
ਜਾਂ ਸਾਡੇ ਕੋਲ ਇਹ ਕੀਰਤਨ ਦੱਸਣ ਲਈ ਕਿ ਉਹ ਕੀਰਤਨ ਕੈਸਾ ਸੀ, ਜੀ ਸਾਡੇ ਕੋਲ ਰਿਕਾਰਡਿੰਗਸ ਦੂਸਰੀਆਂ ਰਿਕਾਰਡਿੰਗ ਕੰਪਨੀਆਂ ਦੇ ਤੇ ਹੈਗੀਆਂ ਜੀ। ਨੇ, ਪਰ ਦਰਬਾਰ ਸਾਹਿਬ ਵਰਗੇ ਸਥਾਨ ਤੋਂ ਜਿਹੜਾ ਕੀਰਤਨ ਹੋਇਆ ਉਸ ਨੂੰ ਅਸੀਂ ਕੋਈ ਉਸ ਦਾ ਰਿਕਾਰਡ ਨਹੀਂ ਰੱਖ ਰਹੇ, ਜੀ ਉਸ ਨੂੰ ਅਸੀਂ ਕੋਈ ਉਹਨੂੰ ਆਰਕਾਈਵ ਨਹੀਂ ਕਰ ਰਹੇ। ਤਾਂ ਇਹ ਕੰਮ ਜਿਹੜੇ ਸਾਰੇ ਸੀ ਉਹ ਸਾਨੂੰ ਕਰਨੇ ਚਾਹੀਦੇ ਨੇ ਔਰ ਹੋਣੇ ਚਾਹੀਦੇ ਨੇ, ਔਰ ਸਾਨੂੰ ਤਾਂ ਜੋ ਸੇਵਾ ਗੁਰਮਤਿ ਸੰਗੀਤ ਦੀ ਲੱਗੀ ਹੈ ਉਹ ਥਰੂ ਆਊਟ ਦਾ ਵਰਲਡ ਮੈਂ ਕਰਨ ਵਿੱਚ ਯਕੀਨ ਰੱਖਦਾ। ਇੱਥੇ ਜੇ ਕੋਈ ਸੰਸਥਾ ਕਿਸੇ ਕਿਸਮ ਦੀ ਕੋਈ ਸੇਵਾ ਲੈਣੀ ਚਾਹੂਗੀ ਤੇ ਜੇ ਮੇਰੇ ਵਿੱਤ ਵਿੱਚ ਹੋਏਗਾ ਜਾਂ ਮੈਂ ਉਹ ਕਰ ਸਕਦਾ ਹੋਵਾਂਗਾ ਤਾਂ ਮੈਂ ਜ਼ਰੂਰ ਕਰਾਂਗਾ। ਔਰ ਜਿੱਥੇ ਤੱਕ ਗੱਲ ਤੁਹਾਡੇ ਇੰਸਟੀਚਿਊਟ ਦੀ ਹੈ ਕਿ ਕੋਈ ਇੰਸਟੀਚਿਊਟ ਐਸਟੈਬਲਿਸ਼ ਕੀਤਾ ਜਾਏ, ਦੇਖੋ ਹੁਣ ਪੰਜਾਬੀ ਯੂਨੀਵਰਸਿਟੀ ਨਾਲੋਂ ਜਿਹੜਾ ਉੱਥੇ ਅਸੀਂ ਇੰਸਟੀਚਿਊਟ ਐਸਟੈਬਲਿਸ਼ ਕੀਤਾ ਕਿ ਉੱਥੇ ਗੁਰਮਤਿ ਸੰਗੀਤ ਚੇਅਰ ਸਥਾਪਿਤ ਕੀਤੀ, ਡਿਪਾਰਟਮੈਂਟ ਆਫ ਗੁਰਮਤਿ ਸੰਗੀਤ ਕੀਤਾ, ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਸਥਾਪਿਤ ਕੀਤਾ, ਫਿਰ ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ ਮਿਊਜ਼ਿਕ ਕੀਤਾ, ਭਾਈ ਰਣਧੀਰ ਸਿੰਘ ਆਨਲਾਈਨ ਗੁਰਮਤਿ ਸੰਗੀਤ ਲਾਇਬ੍ਰੇਰੀ ਕੀਤੀ, ਗੁਰਮਤਿ ਸੰਗੀਤ ਭਵਨ ਦੀ ਕਿੱਡੀ ਵੱਡੀ ਬਿਲਡਿੰਗ ਜਿਹੜੀ ਹੈ ਜਿਹੜੇ ਗੁਰਮਤਿ ਸੰਗੀਤ ਦੇ ਪ੍ਰੇਮੀ ਨੇ ਔਰ ਸੰਸਥਾਵਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਉਹ ਉੱਥੇ ਸਥਾਪਿਤ ਕੀਤੀ। ਹੁਣ ਐਡਾ ਵੱਡਾ ਜਿਸ ਏਜ ਵਿੱਚ ਮੈਂ ਆ ਉਸ ਏਜ ਵਿੱਚ ਹੁਣ ਫਿਰ ਨਵੇਂ ਸਿਰੇ ਤੋਂ ਸਟਾਰਟ ਕਰਕੇ ਉੱਥੇ ਤੱਕ ਪਹੁੰਚਾਉਣਾ ਰੱਬ ਜਿਹੜਾ ਮੈਨੂੰ ਤੌਫੀਕ ਬਖਸ਼ੇ ਉਹ ਪਰ ਬਹੁਤ ਮੁਸ਼ਕਿਲ ਜਿਹਾ ਕੰਮ ਜਾਪਦਾ। ਔਰ ਉਹ ਜਿਹੜਾ ਸਥਾਪਿਤ ਹੋਇਆ ਜਾਂ ਸਥਾਪਿਤ ਕੀਤਾ ਗਿਆ ਉਸ ਨੂੰ ਹੋਰ ਜ਼ਿਆਦਾ ਅੱਗੇ ਜਿਹੜਾ ਹੈ ਫਲਰਿਸ਼ ਕਰਨ ਦੀ ਜ਼ਰੂਰਤ ਹੈ। ਅਸੀਂ ਮੇਰੇ ਮਨ ਵਿੱਚ ਇੰਨਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰਾ ਟੈਲੈਂਟ ਹੈ, ਸਾਡੇ ਯੂਥ ਦੇ ਵਿੱਚ ਇਸ ਵੇਲੇ ਬਹੁਤ ਸਾਰਾ ਟੈਲੈਂਟ ਹੈ, ਪਰ ਸਾਡੀਆਂ ਜਿਹੜੀਆਂ ਕੀਰਤਨ ਦੀਆਂ ਸੰਸਥਾਵਾਂ ਨੇ ਜਾਂ ਗੁਰਮਤਿ ਸੰਗੀਤ ਦੀਆਂ ਸੰਸਥਾਵਾਂ ਨੇ ਉਹਨਾਂ ਦੀ ਹਾਲਤ ਜਿਹੜੀ ਹੈ ਹੁਣ ਪੈਸੇ ਕਰਤਾਰ ਸਿੰਘ ਉਹਨਾਂ ਦੇ ਜਾਣ ਦੇ ਨਾਲ ਵੀ ਸਾਨੂੰ ਬਹੁਤ ਵੱਡਾ ਘਾਟਾ ਪਿਆ। ਪਰ ਸਾਡੇ ਕੋਲ ਅੱਛੇ ਟੀਚਰ ਜਿਹੜੇ ਨੇ, ਹਰ ਜਿਹੜਾ ਗੁਰਮਤਿ ਸੰਗੀਤ ਦਾ ਕੀਰਤਨ ਕਰ ਲੈਂਦਾ ਉਹ ਆਪਣੇ ਆਪ ਨੂੰ ਹੁਣ ਟੀਚਰ ਸਮਝ ਰਿਹਾ। ਜੀ ਜੀ ਜਦੋਂ ਕਿ ਟੀਚਰ ਬਣਨ ਦੇ ਲਈ ਇੱਕ ਵੱਖਰੀ ਕਿਸਮ ਦੀ ਕੁਆਲੀਫਿਕੇਸ਼ਨ ਦੀ ਜ਼ਰੂਰਤ ਹੈ। ਬਿਲਕੁਲ ਸਰ। ਔਰ ਉਸ ਗੁਰਮਤਿ ਸੰਗੀਤ ਦੇ ਟੀਚਰ ਟ੍ਰੇਨਿੰਗ ਦੀ ਵੀ ਕੋਈ ਐਸੀ ਸੰਸਥਾ ਨਹੀਂ ਹੈ ਔਰ ਅੱਛੇ ਟੀਚਰਸ ਦੀ ਘਾਟ ਹੈ। ਔਰ ਸਬਜੈਕਟ ਤਾਂ ਡਿਵੈਲਪ ਹੋਏਗਾ ਨਾ ਕਿ ਜੇ ਅਸੀਂ ਸਾਰੇ ਇਸ ਪਾਸੇ ਨੂੰ ਵਿਕਾਸ ਕਰਾਂਗੇ ਅਕਾਦਮਿਕ ਤੌਰ ਤੇ। ਔਰ ਅਕਾਦਮਿਕ ਤੌਰ ਤੇ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਹੁਣ ਤੰਤੀ ਸਾਜ਼ਾਂ ਦੀ ਅਸੀਂ ਗੱਲ ਕੀਤੀ ਹੈ ਕਿ ਤੰਤੀ ਸਾਜ਼ ਅਸੀਂ ਇੰਟਰੋਡਿਊਸ ਕਰਨੇ ਨੇ ਦਰਬਾਰ ਸਾਹਿਬ ਤੋਂ ਜਾਂ ਹੋਰ ਗੁਰੂ ਘਰਾਂ ਤੋਂ, ਪਰ ਉਹਦੀ ਟ੍ਰੇਨਿੰਗ ਦਾ ਸਿਲਸਿਲਾ ਕਿੱਥੇ ਹੈ? ਕੀਰਤਨੀਏ ਸਿੰਘ ਠੀਕ ਆਖਦੇ ਨੇ ਕਿ ਜੇ ਤੁਸੀਂ ਕਾਲਜਸ ਦੇ ਵਿੱਚ ਜਿਹੜੇ ਤੁਹਾਡੇ ਮਿਸ਼ਨਰੀ ਕਾਲਜਸ ਨੇ ਜਾਂ ਦੂਸਰੇ ਸੰਸਥਾਵਾਂ ਨੇ ਉੱਥੇ ਅਗਰ ਤੁਸੀਂ ਉਹਨਾਂ ਨੂੰ ਸਿਖਾਓਗੇ, ਜੇ ਹਾਰਮੋਨੀਅਮ ਸਿਖਾਓਗੇ ਤਾਂ ਹਾਰਮੋਨੀਅਮ ਵਜਾਣਗੇ, ਅਗਰ ਉਹ ਤੰਤੀ ਸਾਜ਼ ਸਿਖਾਣਗੇ ਤੰਤੀ ਸਾਜ਼। ਉਹਨਾਂ ਬੱਚਿਆਂ ਨੇ ਤਾਂ ਆਪਣਾ ਜਿਹੜਾ ਜ਼ਿੰਦਗੀ ਦਾ ਬਿਹਤਰੀਨ ਜਿਹੜੇ ਗੋਲਡਨ ਪੀਰੀਅਡ ਹੈ ਲਾਈਫ ਦਾ ਉਹ ਮਿਸ਼ਨਰੀ ਕਾਲਜਸ ਨੂੰ ਦੇ ਦਿੱਤਾ ਕਿ ਲਓ ਜੀ ਸਾਨੂੰ ਤੁਸੀਂ ਤਰਾਸ਼ੋ, ਅਸੀਂ ਕੀਰਤਨ ਸਿਖਾਓ ਸਾਨੂੰ। ਪਰ ਉੱਥੇ ਜਿਸ ਕਿਸਮ ਦੀ ਅਸੀਂ ਉਹਨਾਂ ਨੂੰ ਤਾਲੀਮ ਦਿਆਂਗੇ, ਜਿਹੜੇ ਸਿਲੇਬਸ ਬਣੇ ਨੇ, ਟੀਚਰ ਨੇ, ਬਹੁਤ ਸਮਾਂ ਹੁੰਦਾ ਹੈ 4-5 ਸਾਲ ਦਾ ਔਰ 4-5 ਸਾਲ 'ਚ ਅੱਛੇ ਕੀਰਤਨੀਏ ਬਣ ਸਕਦੇ ਨੇ। ਸੋ ਇੱਕ ਕੋਈ ਐਸਾ ਇੰਸਟੀਚਿਊਟ ਚਾਹੁੰਦੇ ਹਾਂ ਕਿ ਜਿੱਥੇ ਅਸੀਂ ਅੱਛੇ ਕੀਰਤਨੀਏ ਔਰ ਜਿਹੜੇ ਪਹਿਲਾਂ ਸਿੱਖੇ ਹੋਏ ਨੇ ਉਹਨਾਂ ਨੂੰ ਅਸੀਂ ਸਿਖਾ ਸਕੀਏ ਕਿ ਤੁਸੀਂ ਜਦੋਂ ਵਰਲਡ ਮਿਊਜ਼ਿਕ ਦੇ ਵਿੱਚ ਗੁਰਮਤਿ ਸੰਗੀਤ ਨੂੰ ਜਾ ਕੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਗਾਇਨ ਕਰਨਾ ਜਾਂ ਭਾਰਤੀ ਸੰਗੀਤ ਦੀਆਂ ਅੱਛੀਆਂ ਕੰਸਰਟਸ ਜਾਂ ਅੱਛੇ ਲੋਕਾਂ ਵਿੱਚ ਜਾ ਕੇ ਗਾਣਾ, ਤਾਂ ਉੱਥੇ ਗੁਰਮਤਿ ਸੰਗੀਤ ਨੂੰ ਤੁਸੀਂ ਉਹਦੀ ਪ੍ਰੈਜੈਂਟੇਸ਼ਨ ਕਰਨੀ ਹੈ। ਕੀਰਤਨੀਆਂ ਵਿੱਚ, ਗੁਰਦੁਆਰਿਆਂ ਵਿੱਚ ਜਾਂ ਹੋਰ ਕੀਰਤਨ ਦਰਬਾਰਾਂ ਵਿੱਚ ਗਾਣਾ ਹੋਰ ਗੱਲ ਹੈ, ਪਰ ਜਦੋਂ ਅਸੀਂ ਵਰਲਡ ਮਿਊਜ਼ਿਕ 'ਚ ਇਹਨੂੰ ਅਸੀਂ ਪ੍ਰੈਜੈਂਟ ਕਰਨਾ ਤਾਂ ਉਸ ਵੇਲੇ ਸਾਨੂੰ ਬੜੀ ਹਾਈ ਲੈਵਲ ਦੀ ਜਿਹੜੀ ਪਰਫਾਰਮੈਂਸ ਹੈ ਸਾਨੂੰ ਗੁਰਮਤਿ ਸੰਗੀਤ ਦੀ ਦੇਣੀ ਪਏਗੀ ਔਰ ਸਾਨੂੰ ਉਹ ਬੰਦੇ ਟ੍ਰੇਨਡ ਕਰਨੇ ਹੋਣਗੇ ਤਾਂ ਕਿਤੇ ਜਾ ਕੇ ਸਾਡੇ ਮਿਊਜ਼ਿਕ ਦਾ ਨਾਮ ਬਣੇਗਾ। ਸਰ ਬਿਲਕੁਲ ਗੱਲ ਇਹੀ ਹੈ ਨਾ, ਜਿਹੜੀ ਹੁਣ ਤੁਸੀਂ ਸੋਚ ਰਹੇ ਹੋ, ਤੁਹਾਡੀ ਜਿਹੜੀ ਇਹ ਸੋਚ ਹੈ, ਹੁਣ ਤੁਸੀਂ ਇਕੱਲੇ ਦੇ ਰੂਪ ਦੇ ਵਿੱਚ ਚਾਹੇ ਅਮਰੀਕਾ ਦੇ ਵਿੱਚ GNI ਦੇ ਵਿੱਚ ਕੋਈ ਕੋਰਸ ਸ਼ੁਰੂ ਕਰਵਾਇਆ ਹੈ ਗੁਰਮਤਿ ਸੰਗੀਤ ਦਾ ਜਾਂ ਹੋਰ ਜਗ੍ਹਾ ਤੁਸੀਂ ਕਰ ਰਹੇ ਹੋ, ਜੇ ਤੁਹਾਨੂੰ ਕੋਈ ਇੱਥੇ ਸੰਸਥਾ ਜਿਹੜੀ ਤੁਹਾਨੂੰ ਸਪੋਰਟ ਕਰਦੀ ਜਾਂ ਤੁਸੀਂ ਉਹ ਕਰਦੇ, ਤੁਸੀਂ ਇਹ ਸਾਰਾ ਹੁਣ ਤੁਸੀਂ ਐਫਰਟ ਜਿਹੜਾ ਇਕੱਠਾ ਕਰਨ 'ਚ ਲੱਗਣਾ, ਤੁਹਾਨੂੰ ਪਿੱਛੇ ਸਪੋਰਟ ਹੁੰਦੀ ਤਾਂ ਉਹ ਕਿਤੇ ਨਾ ਕਿਤੇ ਕੰਮ ਜਾ ਸਕਦਾ ਸੀ ਜੀ। ਡਾਕਟਰ ਸਾਹਿਬ ਮੈਂ ਸਪੋਰਟ ਸਾਰਿਆਂ ਨੂੰ ਕਰਨੀ ਹੈ, ਮੈਨੂੰ ਕਿਹਨੇ ਸਪੋਰਟ ਕਰਨੀ ਹੈ? ਹੁਣ ਦੂਸਰੀ ਗੱਲ ਹੈ ਕਿ ਵੀ ਇਹ ਗੁਰਮਤਿ ਸੰਗੀਤ ਦਾ ਜਿਹੜਾ ਤਜਰਬਾ ਹੈ ਜਾਂ ਜੋ ਗੁਰੂ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਹੈ, ਜਿੰਨਾ ਮਾਣ ਸਤਿਕਾਰ ਸਾਰਾ ਕੁਝ ਦਿੱਤਾ ਹੈ, ਉਹ ਸਾਰਾ ਗੁਰੂ ਨੇ ਮੇਰੇ ਤੇ ਬਖਸ਼ਿਸ਼ ਕੀਤੀ ਹੈ। ਤੇ ਮੈਂ ਤਾਂ ਕਹਿੰਦਾ ਕਿ ਮੇਰੇ ਕੋਲੋਂ ਜੋ ਸੇਵਾਵਾਂ ਕਿਸੇ ਨੇ ਲੈਣੀਆਂ ਨੇ ਉਹ ਲੈ ਲਓ। ਜਿਹੜੀ ਸੰਸਥਾਵਾਂ ਕੀ ਕਰਨਗੀਆਂ? ਬਿਲਡਿੰਗ ਬਣਾ ਕੇ ਦੇ ਦੇਣਗੀਆਂ, ਮੈਨੂੰ 4 ਸਾਜ਼ ਦੇ ਦੇਣਗੀਆਂ, ਕਹਿਣਗੀਆਂ ਇੱਥੇ ਬੈਠ ਜਾ, ਹੁਣ ਇੱਥੇ ਬੈਠ। ਜਿਵੇਂ ਤੁਸੀਂ ਵੇਖਦੇ ਹੋ ਕਿ ਗੁਰਮਤਿ ਸੰਗੀਤ ਨੂੰ ਜਦੋਂ ਅਸੀਂ ਬਾਹਰ ਗਏ ਤਾਂ ਉੱਥੇ ਸਾਰੇ ਕਹਿੰਦੇ ਕਿ ਸਾਨੂੰ
ਸਾਡੇ ਕਿਡਸ ਨੂੰ ਤੁਸੀਂ ਗੁਰਮਤਿ ਸੰਗੀਤ ਨੈਕਸਟ ਜਨਰੇਸ਼ਨ ਨੂੰ ਸਿਖਾਓ, ਗੁਰਮੁਖੀ ਸਿਖਾਓ, ਗੁਰਮਤਿ ਸਟੱਡੀ ਸਿਖਾਓ। ਮੈਂ ਇਹ ਵਿਚਾਰ ਆ ਕੇ ਆਪਣੇ ਮਾਨਯੋਗ ਉਸ ਸਮੇਂ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਹੋਰਾਂ ਨੂੰ ਦੱਸੇ ਜੀ ਜੀ ਔਰ ਉਹਨਾਂ ਨੇ ਉਹ ਸਾਡੇ ਜਿਹੜੇ ਆਨਲਾਈਨ ਕੋਰਸਿਸ ਨੇ ਸ਼ੁਰੂ ਕਰਵਾ ਦਿੱਤੇ। ਜੀ ਕੋਰਸਿਸ ਹੀ ਨਹੀਂ, ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਇੱਕ ਸਥਾਪਿਤ ਕਰ ਦਿੱਤਾ ਜੀ। ਔਰ ਬਾਹਰ ਵੀ ਸੈਂਟਰ ਸਥਾਪਿਤ ਹੋ ਗਏ। ਉਸ ਵੇਲੇ ਜਦੋਂ ਅਸੀਂ ਆਨਲਾਈਨ ਮਿਊਜ਼ਿਕ ਦੇ, ਸੰਗੀਤ ਦੇ, ਅਸੀਂ ਗਾਇਨ ਦੇ, ਵਾਦਨ ਦੇ, ਪ੍ਰਕਸ਼ਨ ਦੇ ਸਾਰੇ ਅਸੀਂ ਕੋਰਸਿਸ ਸ਼ੁਰੂ ਕੀਤੇ ਤਾਂ ਮਿਊਜ਼ਿਕ ਵਾਲੇ ਔਰ ਸਾਰੇ ਲੋਕ ਸਾਡੇ 'ਤੇ ਹੱਸਦੇ ਸੀ ਕਿ ਇਹ ਕੀ ਹੋ ਗਿਆ ਜੀ ਵੀ ਆਨਲਾਈਨ ਸਿਖਾਉਣਗੇ, ਆਨਲਾਈਨ ਕਿਵੇਂ ਸਿਖਾਉਣਗੇ। ਜੀ ਔਰ ਅਸੀਂ ਬੜਾ ਵਧੀਆ ਸਿਸਟਮ ਉਹ ਡਿਵੈਲਪ ਕੀਤਾ। ਹੁਣ ਅੱਜ ਤੁਸੀਂ ਦੇਖਦੇ ਹੋ ਕਿ ਅੱਜ ਸਾਰਾ ਆਨਲਾਈਨ ਮੋਡ ਹੋ ਗਿਆ ਬਿਲਕੁਲ। ਔਰ ਇਹ ਜਿਹੜਾ ਆਨਲਾਈਨ ਮੋਡ ਹੈ ਬੜਾ ਸਕਸੈਸਫੁਲ ਮੋਡ ਹੈ। ਇਹਦੇ ਵਿੱਚ ਠੀਕ ਹੈ ਕਿ ਜਦੋਂ ਤੁਸੀਂ ਆਮੋ ਸਾਹਮਣੇ ਬੈਠ ਕੇ ਗੁਰਮੁਖੀ ਇਹ ਵਿਦਿਆ ਲੈਂਦੇ ਹੋ ਤਾਂ ਉਸ ਦਾ ਅਸਰ ਹੋਰ ਹੋ ਜਾਂਦਾ ਹੈ, ਜੀ। ਉਹ ਵੀ ਹੋਣਾ ਚਾਹੀਦਾ ਹੈ। ਪਰ ਇਹਦੇ ਨਾਲ ਇਸ ਮੋਡ ਨੂੰ ਵਰਤ ਕੇ ਵੀ ਤੁਸੀਂ ਜਿਹੜੇ ਆਪਣੇ ਸੀਨੀਅਰਸ ਨੇ ਜਾਂ ਵੱਖ-ਵੱਖ ਵਿਸ਼ਿਆਂ 'ਚ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦਾ ਲਾਭ ਲੈ ਸਕਦੇ ਹੋ। ਬਾਕੀ ਘੱਟੋ ਘੱਟ ਮੈਂ ਤਾਂ ਚਾਹਾਂਗਾ ਕਿ ਜਿੱਥੇ ਵੀ ਕੋਈ ਮੇਰੀਆਂ ਸੇਵਾਵਾਂ ਦੀ ਜ਼ਰੂਰਤ ਹੈ ਆਨਲਾਈਨ ਤੁਸੀਂ ਉਹ ਸੇਵਾਵਾਂ ਲੈ ਸਕਦੇ ਹੋ ਔਰ ਬਹੁਤ ਸਾਰੀਆਂ ਸੰਸਥਾਵਾਂ ਆਨਲਾਈਨ ਲੈ ਵੀ ਰਹੀਆਂ ਨੇ। ਜੀ ਇੱਕ ਥਾਂ ਦੇ ਨਾਲ ਬੱਝ ਕੇ ਬੈਠ ਜਾਣਾ ਇੱਕ ਥਾਂ ਤੇ, ਇੱਥੇ ਪੰਜਾਬ ਵਿੱਚ ਇੰਸਟੀਚਿਊਟ ਹੋਣਾ ਚਾਹੀਦਾ ਹੈ। ਜੀ ਪੰਜਾਬ ਵਿੱਚ ਬਹੁਤ ਵਧੀਆ ਇੰਸਟੀਚਿਊਟ ਨੇ ਜਾਂ ਜਿਹੜੇ ਪਹਿਲੇ ਇੰਸਟੀਚਿਊਟ ਨੇ ਉਹਨਾਂ ਨੂੰ ਅਸੀਂ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਸਿਲੇਬਸ ਰਿਵਾਈਜ਼ ਕਰਕੇ ਉਹਨਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਉਹਨਾਂ ਨੂੰ ਅਸੀਂ ਅਗਰ ਡਿਵੈਲਪ ਕਰੀਏ ਤੇ ਬਹੁਤ ਵਧੀਆ ਸਾਡੇ ਰਿਜ਼ਲਟ ਆ ਸਕਦੇ ਨੇ ਔਰ ਅੱਛੇ ਕੀਰਤਨੀਏ, ਅੱਛੇ ਟੀਚਰ ਜਿਹੜੇ ਨੇ ਉਹ ਪੈਦਾ ਹੋ ਸਕਦੇ ਨੇ। ਸਰ ਲਾਸਟ ਸਵਾਲ ਪ੍ਰਵਾਸ ਤੇ ਮੈਂ ਲੈਂਦਾ ਜੀ, ਜੇ ਪ੍ਰਵਾਸ ਜਿਹੜਾ ਪੰਜਾਬ ਦਾ ਜਿਹੜਾ ਹੋ ਰਿਹਾ, ਤੁਸੀਂ ਇਹਨੂੰ ਬਿਲਕੁਲ ਜਿਹੜੀ ਹੁਣ ਦੀ ਗੱਲ ਹੋਈ ਹੈ ਬੜਾ ਸਕਾਰਾਤਮਕ ਤੁਸੀਂ ਤਰੀਕੇ ਨਾਲ ਦੱਸਿਆ ਹੈ ਆਪਣੇ ਪੱਖ ਤੋਂ। ਬਹੁਤ ਸਾਰੇ ਬੱਚੇ ਜਿਹੜੇ ਜਾਂਦੇ ਹਨ ਸਰ ਉਹ ਇੱਥੇ 40-40 ਲੱਖ ਰੁਪਇਆ ਖਰਚ ਕਰਦੇ ਨੇ, ਮਾਂ-ਬਾਪ ਨੂੰ ਤੰਗ ਵੀ ਕਰਦੇ ਨੇ। ਬੱਚੇ ਕੋਈ ਕਹਿੰਦੇ ਹੈ ਕੁਛ ਨਹੀਂ, ਦਿਖ ਨਹੀਂ ਰਿਹਾ ਤਾਂ ਉਹ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਹ ਸਾਰੀ ਪ੍ਰਕਿਰਿਆ ਹੁਣ ਪ੍ਰਵਾਸ ਅਸਲ 'ਚ ਹੈ ਕੀ ਹੈ ਤੇ ਉਹ ਜਿਹੜਾ ਸਿਸਟਮ ਹੈਗਾ ਜਿਹੜੇ ਉਹ ਜਾ ਰਹੇ ਨੇ ਜਾਂ ਉਹਨਾਂ ਨੂੰ ਇਸ ਤਰ੍ਹਾਂ ਜਾਣਾ ਚਾਹੀਦਾ ਜਾਂ ਕਿਸ ਤਰ੍ਹਾਂ ਜਾਣਾ ਚਾਹੀਦਾ, ਕੀ ਕਰਨਾ ਚਾਹੀਦਾ, ਉਹਨਾਂ ਵਾਸਤੇ ਥੋੜ੍ਹਾ ਜਿਹਾ ਇੱਕ ਤੁਸੀਂ ਸੁਨੇਹਾ ਦੇ ਦਿਓ। ਬਸ ਇਹ ਲਾਸਟ ਕੁਐਸਚਨ। ਜਿਹੜੇ ਉੱਥੇ ਬੱਚੇ ਜਾ ਰਹੇ ਨੇ ਬਾਹਰ, ਮੈਂ ਤੇ ਉਹਨਾਂ ਨੂੰ, ਕਿਉਂਕਿ ਕੈਨੇਡਾ ਨੂੰ ਵੀ ਹੁਣ ਇਹ ਸਮਝੀਏ ਕਿ ਪੰਜਾਬੀਆਂ ਦਾ ਦੇਸ਼ ਨਹੀਂ, ਜੀ ਇਹ ਕੋਈ ਅੱਛਾ ਨਹੀਂ ਹੋਏਗਾ। ਜੀ। ਉਸ ਦੇਸ਼ ਨੇ ਵੀ ਸਾਨੂੰ ਵੈਲਕਮ ਕੀਤਾ ਬਿਲਕੁਲ। ਔਰ ਪੰਜਾਬੀਆਂ ਨੂੰ ਵਸਾਇਆ। ਪੰਜਾਬ ਦੀ ਨੌਜਵਾਨਾਂ ਨੂੰ ਉਹ ਠੀਕ ਹੈ, ਉਹਨਾਂ ਦੇ ਆਪਣੇ ਇੰਟਰਸਟ ਹੋ ਸਕਦੇ ਨੇ ਜੀ ਔਰ ਅਸੀਂ ਵੀ ਬਹੁਤ ਪੈਸਾ ਕੈਨੇਡਾ ਨੂੰ ਦੇ ਚੁੱਕੇ ਹਾਂ। ਔਰ ਮੈਂ ਤਾਂ ਉਹਨਾਂ ਬੱਚਿਆਂ ਨੂੰ ਕਹਾਂਗਾ ਕਿ ਜਦੋਂ ਤੁਸੀਂ ਆਪਣੀ ਧਰਤੀ ਛੱਡ ਕੇ ਉੱਥੇ ਗਏ ਹੋ, ਇੱਕ ਤੇ ਉਸ ਦੇਸ਼ ਦਾ ਜਿਹੜਾ ਕਾਨੂੰਨ ਵਿਵਸਥਾ ਹੈ, ਲਾਅ ਹੈ, ਜੀ ਉਸ ਨੂੰ ਇੱਕ ਤਾਂ ਚੰਗੀ ਤਰ੍ਹਾਂ ਮੇਨਟੇਨ ਕਰੋ। ਜੀ ਕਿਉਂਕਿ ਜਦੋਂ ਤੁਸੀਂ ਜਾਂਦੇ ਹੋ ਕਿਸੇ ਜਗ੍ਹਾ ਦੇ ਉੱਤੇ ਤੇ ਤੁਹਾਨੂੰ ਅੱਛੇ ਨਾਗਰਿਕ ਬਣਨਾ ਚਾਹੀਦਾ ਔਰ ਆਪਣਾ ਜਿਹੜਾ ਫੋਕਸ ਹੈ ਤੁਸੀਂ ਆਪਣੀ ਐਜੂਕੇਸ਼ਨ ਤੇ ਰੱਖੋ। ਜੀ ਔਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਆਪਣੀ, ਜਦੋਂ ਤੁਸੀਂ ਵਿੱਦਿਆ ਉੱਥੇ ਗ੍ਰਹਿਣ ਕਰ ਰਹੇ ਹੋ ਤਾਂ ਉਸ ਵੇਲੇ ਜਿਹੜਾ ਤੁਹਾਡਾ ਪ੍ਰਾਇਮਰੀ ਕੰਮ ਹੈ ਤੁਹਾਡੀ ਐਜੂਕੇਸ਼ਨ ਹੋਣਾ ਚਾਹੀਦਾ। ਜੀ ਔਰ ਉਦੋਂ ਬਾਅਦ ਇਹ ਹੈ ਕਿ ਉੱਥੇ ਹੁਣ ਸਾਡਾ ਭਾਈਚਾਰਾ ਇੰਨਾ ਜ਼ਿਆਦਾ ਅਮਰੀਕਾ, ਕੈਨੇਡਾ ਔਰ ਸਾਰੇ ਪਾਸੇ ਜਾ ਰਿਹਾ, ਵਸ ਰਿਹਾ, ਤਾਂ ਸਾਨੂੰ ਜਿਹੜਾ ਪੰਜਾਬੀਆਂ ਦਾ ਔਰ ਸਿੱਖਾਂ ਦਾ ਜਿਹੜਾ ਅੱਛੇ ਗੁਣ ਨੇ ਉਹ ਪ੍ਰਦਰਸ਼ਿਤ ਕਰਨੇ ਚਾਹੀਦੇ ਨੇ। ਔਰ ਫਿਰ ਇਹ ਸਾਰਾ ਕੁਝ ਕਰਕੇ ਵੀ ਜੇ ਤੁਹਾਡੇ ਕੋਲ ਸਮਾਂ ਜਾਂ ਤੁਹਾਡੇ ਕੋਲ ਕੋਈ ਵਿੱਤ ਜਾਂ ਤੁਹਾਡੇ ਕੋਲ ਕੋਈ ਟੈਲੈਂਟ ਬਚਦਾ ਤੇ ਉਹ ਆਪਣੇ ਇਸ ਮੂਲ ਧਰਤੀ ਪੰਜਾਬ ਨੂੰ ਜ਼ਰੂਰ ਦਿਓ ਤਾਂ ਕਿ ਜਿਹੜੇ ਸਾਡੇ ਇੱਥੇ ਭਰਾ ਰਹਿ ਗਏ ਨੇ ਅਸੀਂ ਉਹਨਾਂ ਨੂੰ ਵੀ ਕੁਝ ਕੰਟਰੀਬਿਊਟ ਕਰ ਸਕੀਏ, ਆਪਣੇ ਪਿੰਡ ਨੂੰ, ਆਪਣੇ ਸ਼ਹਿਰ ਨੂੰ, ਆਪਣੇ ਸਮਾਜ ਨੂੰ। ਇਹਦੇ ਨਾਲ ਥੋੜਾ ਜਿਹਾ ਹੀ ਸਮਾਂ ਹੈ ਸਾਡਾ, ਅਸੀਂ ਸੰਭਲ ਜਾਣਾ ਔਰ ਸਾਰਿਆਂ ਨੇ ਬਹੁਤ ਵਧੀਆ ਪੰਜਾਬੀਆਂ ਨੇ ਕੰਮ ਕਰਨਾ, ਕਿਉਂਕਿ ਪੰਜਾਬੀ ਤੇ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇ ਨੇ। ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਹੀ ਰਹਿਣਾ ਚਾਹੀਦਾ ਹੈ ਔਰ ਸੁਚੇਤ ਹੋ ਕੇ ਕੰਮ ਕਰਨਾ ਚਾਹੀਦਾ ਹੈ। ਔਰ ਮੈਨੂੰ ਉਮੀਦ ਹੈ ਕਿ ਗੁਰੂ ਪਾਤਸ਼ਾਹ ਔਰ ਸਾਰਾ ਸਾਡੇ 'ਤੇ ਕਿਰਪਾ ਕਰਨਗੇ ਔਰ ਜਿਹੜਾ ਪੰਜਾਬ ਗੁਰੂਆਂ ਦੇ ਨਾਂ 'ਤੇ ਵਸਦਾ ਉਹ ਫਿਰ ਇੱਕ ਵਾਰੀ ਖੁਸ਼ਹਾਲ ਹੋਏਗਾ। ਬਾਕੀ ਸਰਕਾਰਾਂ ਆਪਣੀਆਂ ਕਾਰਗੁਜ਼ਾਰੀ ਕਰਕੇ ਆਉਂਦੀਆਂ ਜਾਂਦੀਆਂ ਰਹਿਣਗੀਆਂ, ਫਿਰ ਇੱਕ ਵਾਰੀ ਜਿਹੜਾ ਹੈ ਪੰਜਾਬ ਖੁਸ਼ਹਾਲ ਹੋਵੇ, ਇੱਥੇ ਜਿਹੜੀ ਸਾਡੀ ਏਕਤਾ ਹੈ ਉਹ ਬਣੀ ਰਹੇ ਔਰ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ ਜਿੱਥੇ ਵੀ ਸਿੱਖ ਵਸਦੇ ਨੇ। ਕਿਉਂਕਿ ਅਸੀਂ ਸ਼ੁਭ ਕਰਮਨ ਤੇ ਕਬ ਹੋਣਾ ਟਰੋਂ ਵਾਲੀ ਸਥਿਤੀ ਵਿੱਚ ਹਾਂ, ਉਹ ਤੇ ਅਸੀਂ ਕਰਦੇ ਹੀ ਰਹਿਣਾ ਜੀ ਔਰ ਸਾਡਾ ਤੇ ਧਰਮ ਵੀ ਇਹੀ ਕਹਿੰਦਾ ਜੀ ਤਾਂ ਉਹ ਅਸੀਂ ਕਰਦੇ ਰਹਾਂਗੇ। ਔਰ ਨੌਜਵਾਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਆਪਣੇ ਮੂਲ ਜਿਹੜੇ ਸਾਡੇ ਗੁਣ ਨੇ ਸਿੱਖੀ ਦੇ ਤੇ ਪੰਜਾਬੀਅਤ ਦੇ, ਉਹਨਾਂ ਨੂੰ ਕਦੇ ਨਾ ਭੁੱਲੋ ਔਰ
ਪੰਜਾਬ ਦੀ ਵੀ ਸੇਵਾ ਕਰੋ ਔਰ ਜਿਸ ਦੇਸ਼ ਵਿੱਚ ਤੁਸੀਂ ਰਹਿੰਦੇ ਹੋ ਉਸ ਦੇਸ਼ ਵਿੱਚ ਵੀ ਉਹਦੀ ਵੀ ਸੇਵਾ ਕਰੋ, ਕਿਉਂਕਿ ਉਹਨਾਂ ਨੇ ਵੀ ਸਾਡੇ ਤੇ ਉੱਤੇ ਬਹੁਤ ਸਾਨੂੰ ਸਹਿਯੋਗ ਦਿੱਤਾ। ਜੀ ਜੀ। ਸੋ ਇਹ ਸਨ ਡਾਕਟਰ ਗੁਰਨਾਮ ਸਿੰਘ ਜੀ, ਜਿਨ੍ਹਾਂ ਨੇ ਬੜੇ ਹੀ ਸਕਾਰਾਤਮਕ ਰੂਪ ਦੇ ਵਿੱਚ ਦੱਸਿਆ ਹੈ ਕਿ ਪ੍ਰਵਾਸ ਕੋਈ ਜਿਹੜਾ ਹੈਗਾ ਉਹ ਕੋਈ ਮਾੜੀ ਚੀਜ਼ ਨਹੀਂ ਹੈਗੀ, ਤੇ ਬਾਹਰ ਵਸਦੇ ਨੇ ਪੰਜਾਬੀ ਜਦੋਂ ਉੱਥੇ ਜਾ ਕੇ ਆਪਣਾ ਨਾਮ ਬਣਾਉਂਦੇ ਨੇ, ਆਪਣੇ ਦੇਸ਼ ਦਾ ਨਾਮ ਬਣਾਉਂਦੇ ਨੇ, ਤੇ ਉੱਥੋਂ ਕਮਾਈ ਕਰਕੇ ਆਪਣੇ ਪੰਜਾਬ 'ਚ ਹੀ ਲਾਉਂਦੇ, ਤੇ ਉਹ ਕਹਿੰਦੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ। ਸੋ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਵਿਜ਼ਨ 1469 ਨਾਲ। ਹੋਈਆਂ ਭੁੱਲਾਂ ਚੁੱਕਣ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।